देश दुनिया च वसदे पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन, और मेरे नाल ने सरदार नरिंदरपाल सिंह। सरदार साहब, एक लोक बोली जुबान ते नच्ची जाती सवेर दी, आखे अद्धी तेरियां मलाजेदारा अद्धी मैं। मतलब सुनाया किनू जी, ये दसो तुसीं। सवेर का कुछ घटनाक्रम ही इंज दा वापरी जाता है। घटनाक्रम नहीं वापरी जाता, तुसीं कहना कुछ होर चाहुंदे हो, सुनाउणा कुछ होर चाहुंदे हो। ਤੁਹਾਨੂੰ मैं बड़े चिर तो देख रहा कि ਤੁਹਾਡੀ ਹੁਣ ਸਿਆਸਤ ਦੇ ਵਿੱਚ ਜਿਉਂ ਜਿਉਂ ਗਾਂ ਵੱਧਦੇ ਹੋ, ਤੁਹਾਡਾ ਆਪਣਾ ਜਿਹੜਾ ਨਾ, ਜਿਹਨੂੰ ਕਹਿੰਦੇ ਨਾ ਇਸ਼ਾरों को अगर समझो। ਤੁਸੀਂ ਘਰੇ ਹੀ ਮਜ਼ਾਕ ਕਰਨ ਲੱਗ ਗਏ ਅੱਜ। ਉਹ ਮੈਂ ਕਿੱਥੇ ਸਿਆਸਤ, ਕਿੱਥੇ ਕਿਹੋ ਜਿਹੀਆਂ ਗੱਲਾਂ ਕਰਦੇ ਹੋ। ਫਿਰ ਵੀ ਸਿਆਸਤ ਦਾ ਜ਼ਿਕਰ ਤਾਂ ਕਰ ਹੀ ਲਈਦਾ। ਬਿਲਕੁਲ, ਸਿਆਸਤ ਹਰ ਸ਼ਖਸ ਦੇ ਖੂਨ ਵਿੱਚ ਹੈ। ਜਿਹੜਾ ਪੰਜਾਬ 'ਚ ਜੰਮਿਆ ਉਹ ਜੰਮਦਾ ਹੀ ਸਿਆਸਤ ਕਰਦਾ। ਜਿਹੜਾ ਧਰਮ ਦੀ ਖਾਤਰ ਸਿਰ ਦਿਆਂ ਜਾਣ ਗਿਆ, ਉਹ ਘੱਟੋ ਘੱਟ ਸਿਆਸੀ ਜ਼ਰੂਰ ਹੈ। ਇਹ ਸ਼ਾਇਦ ਸਾਡੇ ਨਸੀਬ ਨਾ ਹੋਣ ਕਿ ਅਸੀਂ ਇਸ ਖਿੱਤੇ ਲਈ ਕੁਝ ਕਰ ਸਕੀਏ, ਔਰ ਹਰੇਕ ਬਸ਼ਰ ਦੇ ਮਨ 'ਚ ਜ਼ਰੂਰ ਇਹ ਖਾਹਿਸ਼ ਪਲਦੀ ਹੈ ਕਿ ਬਿਹਤਰੀਨ ਖਿੱਤਾ ਹੋਵੇ। ਸਰਦਾਰ ਜੀ, ਕੈਪਟਨ ਅਮਰਿੰਦਰ ਸਿੰਘ ਦੇ 2-3 ਮੰਤਰੀਆਂ ਦੇ ਕਈ ਕਿੱਸੇ ਕਹਾਣੀਆਂ ਸਾਹਮਣੇ ਆਈ ਜਾਂਦੀਆਂ, ਤੇ ਇਹ ਬੋਲੀ ਮੈਂ ਨਾ ਉਧਰ ਨੂੰ ਸੰਕੇਤਕ ਕਰਕੇ ਗੱਲ ਕਰਦਾ ਸੀ। ਇੱਕ ਪਾਸੇ ਰੈਵਨਿਊ ਮਿਨਿਸਟਰ, ਮਾਲ ਮੰਤਰੀ, ਜਦੋਂ ਮਾਲ ਮੰਤਰੀ ਕਹੀਦਾ, ਮਾਲ ਹੈ, ਹਾਂ, ਜਿਹਦੇ ਕੋਲ ਸਭ ਤੋਂ ਜ਼ਿਆਦਾ ਮਾਲ ਆਵੇ, ਮੂੰਹ ਭਰਦਾ। ਹਾਂ, ਤੇ ਮਾਲ ਮੰਤਰੀ ਬਦਲੀਆਂ ਕਰਦੇ ਆ, ਤੇ ਵੱਡੇ ਘਰੋਂ ਬਦਲੀਆਂ ਠਾਰ ਰੱਦ। ਬਿਲਕੁਲ ਖਤਮ। ਇਹ ਕਿਹੜੀ ਸਿਆਸਤ ਹੈ? ਨਹੀਂ, ਸਿਆਸਤ ਬੜੀ ਸਾਫ਼ ਹੈ ਕਿ ਜੋ ਤਰਕ ਦਿੱਤਾ ਗਿਆ ਉਹ ਤੇ ਇਹੋ ਹੀ, ਜੋ ਤਰਕ ਦਿੱਤਾ ਗਿਆ ਉਹ ਇਹੋ ਹੀ ਆ ਕਿ ਇਹ ਜਿਹੜੇ 10 ਤਹਿਸੀਲਦਾਰ ਤੇ 13 ਨਾਇਬ ਤਹਿਸੀਲਦਾਰ ਬਦਲੇ ਸੀ, ਇਹ ਤੇ ਸਾਨੂੰ ਅਜੇ ਚਾਹੀਦੇ ਸੀ। ਅਸੀਂ ਕੋਵਿਡ ਖਾਤਰ ਲੜਨ ਦੇ ਉਹਦੇ ਖਿਲਾਫ, ਇਹਨਾਂ ਲੋਕਾਂ ਨੇ ਲੜਾਈ ਲੜਨੀ, ਤੁਸੀਂ ਇਹੋ ਹੀ ਬਦਲ ਦਿੱਤੇ। ਸਰਦਾਰ ਮੇਰੇ ਡੀਸੀ ਨਹੀਂ ਮੰਨਦੇ, ਮੇਰੇ ਐਮਐਲਏ ਨਹੀਂ ਮੰਨਦੇ। ਸਰਦਾਰ ਜੀ, ਇੱਕ ਬਹੁਤ ਵੱਡਾ ਸਵਾਲ ਹੈ, ਮੈਨੂੰ ਜ਼ਰਾ ਇਹ ਦੱਸਿਓ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਅਫਸਰਾਂ ਦੀਆਂ ਬਦਲੀਆਂ ਦਾ ਪੈਮਾਨਾ ਕੀ ਹੁੰਦਾ ਜੇ? ਪੈਮਾਨਾ ਅਜੇ ਤੱਕ ਕੋਈ ਨਹੀਂ ਬਣ ਸਕਿਆ। ਅਜੇ ਤੱਕ ਪੈਮਾਨਾ ਇਹ ਹੋਈ ਆ ਕਿ ਜਿਹੜਾ ਸਭ ਤੋਂ ਉੱਪਰਲੇ ਅਹੁਦੇ ਨੇ ਉਹ ਸਾਡੇ ਕੋਲ ਰਹਿਣੇ ਚਾਹੀਦੇ ਨੇ। ਨਹੀਂ, ਉਹ ਮੈਂ ਕਹਿਣਾ ਹੈ ਜਿਹੜਾ ਸਭ ਤੋਂ ਜ਼ਿਆਦਾ ਜੁਗਾੜੀ ਜੀ, ਉਹ ਸਭ ਤੋਂ ਬਿਹਤਰ ਜਗ੍ਹਾ ਤੇ, ਇਹੋ ਹੀ ਪੈਮਾਨਾ ਨਾ ਗੱਲ। ਫਿਰ ਮੈਂ ਉਹੀ ਗੱਲ ਕਹੀ ਨਾ, ਤੇ ਨਾਲ ਉਹਦੇ ਵੀ ਇਹ ਵੀ ਸ਼ਰਤ ਆ ਨਾ ਕਿ ਜਿਹੜਾ ਸਭ ਤੋਂ ਨੇੜੇ ਆ ਮੁੱਖ ਮੰਤਰੀ ਦੇ, ਉਹਦੇ ਲਈ ਇਹੋ ਜਿਹੇ ਜੁਗਾੜੀ ਮਹਿਕਮੇ। ਫਿਰ ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਇਹ ਦੱਸੋ, ਇਤਿਹਾਸ ਫਰੋਲ ਲਓ, ਤੁਸੀਂ ਵੀ ਸਰ ਫਰੋਲ ਲਿਓ ਜੀ, ਜਿਹੜੇ ਸੁਣਦੇ ਪਏ ਹੋ, ਸਾਡੇ ਸਿਰ ਦਾ ਤਾਜ ਹੋ, ਇਤਿਹਾਸ ਫਰੋਲ ਲਿਓ। ਆਖਰ ਇਹ ਜਿਹੜੇ ਰੈਵਨਿਊ ਵਾਲੇ ਨੇ, ਇਹ ਜਿਹੜੇ ਐਕਸਾਈਜ਼ ਵਾਲੇ ਨੇ, ਇਹ ਕਿੰਨਾ ਕੁ ਰਹੇ ਮੰਤਰੀ, ਇਹ ਮੰਤਰਾਲੇ, ਆਖਰ ਜਿਨ੍ਹਾਂ ਦੀ ਸਾਂਝ ਵੱਡੇ ਘਰ ਦੇ ਨੇੜੇ ਆ, ਜਾਂ ਰਿਸ਼ਤੇਦਾਰੀਆਂ 'ਚ ਰਹੇ, ਬਿਲਕੁਲ, ਜਾਂ ਵਫਾਦਾਰੀਆਂ 'ਚ ਰਹੇ। ਤੇ ਸਰਦਾਰ ਜੀ, ਰਿਸ਼ਤੇਦਾਰੀਆਂ 'ਚ, ਤੇ ਜੇ ਰਿਸ਼ਤੇਦਾਰੀਆਂ ਵਫਾਦਾਰੀਆਂ 'ਚ ਨੇ, ਜੇ ਇਹ ਵੀ ਨਹੀਂ ਪਗਾਉਣੀਆਂ, ਤੇ ਫਿਰ ਸੱਤਾ ਵੀ ਕਾਹਦੇ ਵਾਸਤੇ ਲੈਣੀ? ਉਹ ਮੈਂ ਕਿਹਾ ਤੁਸੀਂ ਮੇਰੇ ਸਭ ਤੋਂ ਨੇੜੇ ਬੈਠੇ ਹੋ ਜੀ, ਤੁਸੀਂ ਕੋਈ ਗੱਲ ਕਰੋ, ਮੈਂ ਕਹਾਂ ਨਹੀਂ ਸਰਦਾਰ ਜੀ। ਇਹਦਾ ਮਤਲਬ ਹੈ ਕਿ ਅਜੇ ਮੈਨੂੰ ਤੁਹਾਡੇ ਤੇ ਭਰੋਸਾ ਨਹੀਂ, ਤੁਹਾਨੂੰ ਮੇਰੇ ਤੇ ਨਹੀਂ। ਇਹੀ ਗੱਲ ਆ ਕਿ ਮੁੱਖ ਮੰਤਰੀ, ਮਾਲ ਮੰਤਰੀ ਆਪਣਾ ਲਾਉਂਦੇ ਆ, ਬਿਲਕੁਲ ਆਪਣਾ ਹੀ ਲਾਉਂਦੇ, ਬਿਲਕੁਲ। ਤੇ ਫਿਰ ਮਾਲ ਮੰਤਰੀ ਮੁੱਖ ਮੰਤਰੀ ਨਾਲੋਂ ਵੱਖਰੇ ਤਰ੍ਹਾਂ ਦੇ ਫੈਸਲੇ ਲੈ ਰਹੇ ਆ, ਜਿਹੜੇ ਮੁੱਖ ਮੰਤਰੀ ਨੂੰ ਪਸੰਦ ਨਹੀਂ। ਇਹਦਾ ਮਤਲਬ ਹੈ ਕਿ ਦੋਸਤੋ, ਨੀਤੀ ਤਾਂ ਕੋਈ ਬਣਨੀ ਚਾਹੀਦੀ ਆ, ਪੈਮਾਨੇ ਤਾਂ ਕੋਈ ਹੋਣੇ ਚਾਹੀਦੇ ਆ। ਨਿਯੁਕਤੀਆਂ ਬਦਲੀਆਂ ਇਹ ਸਾਡੀ ਜਨ ਜੀਵਨ ਆਧਾਰ ਆ। ਕਦੇ ਸਾਰੀ ਰਾਜਨੀਤੀ ਨਿਯੁਕਤੀਆਂ ਬਦਲੀਆਂ ਤੇ ਚੱਲਦੀ ਸੀ। ਤੇ ਜੇ ਕੈਪਟਨ ਸਾਹਿਬ ਇਹ ਸਮਝਾਉਣਾ ਚਾਹੁੰਦੇ ਹੋਣ ਵੀ ਯਾਰ ਪਿਛਲੇ ਦੇ ਨਿਬੜੇ ਨਹੀਂ, ਤੂੰ ਹੋਰ ਨਵਾਂ ਸ਼ੁਰੂ ਕਰਕੇ ਰੱਖ ਦਿੱਤਾ, ਤੇ ਫਿਰ ਗੱਲ ਸੁਣੋ, ਇਹ ਵੀ ਦੱਸ ਦਿੰਦੇ ਕਿ ਜਦੋਂ ਮਾਲ ਮੰਤਰੀ ਨੇ ਇਹ ਤਬਦੀਲੀਆਂ ਕੀਤੀਆਂ ਸੀ ਜੀ, ਉਹਨਾਂ ਨੇ ਕਿਸ ਆਧਾਰ ਤੇ ਕੀਤੀਆਂ ਸੀ ਜੀ, ਤੇ ਜਦੋਂ ਰੱਦ ਕੀਤੀਆਂ ਗਈਆਂ ਜਿਹੜੇ ਆਧਾਰ ਲਏ ਗਏ ਆ, ਜੇ ਇਹਨਾਂ ਦੀ ਉਲੰਘਣਾ ਮਾਲ ਮੰਤਰੀ ਨੇ ਕੀਤੀ ਆ, ਤੇ ਫਿਰ ਮਾਲ ਮੰਤਰੀ ਦਾ ਅਧਿਕਾਰ ਕੀ ਆ? ਗੱਲ ਤੇ ਫਿਰ ਉੱਥੇ ਆ ਗਈ ਕਿ ਜਦੋਂ ਰੁੱਤ ਐ ਫੁੱਲੀ ਹੋਵੇ ਨਾ, ਕਹਿੰਦੇ ਰੁੱਤ ਸੁਹਾਵੀ ਹੋਵੇ, ਤੇ ਜੋ ਮਰਜ਼ੀ ਬੀਜੀ ਜਾਓ। ਤੇ ਜਦੋਂ ਪਤਾ ਵੀ ਇਧਰੋਂ ਇਧਰੋਂ ਹਨੇਰੀਆਂ ਚੱਲਦੀਆਂ ਪਈਆਂ, ਮਾਫ ਕਰਨਾ, ਕਿਹੜਾ ਪਾਸਾ ਜਿਹੜਾ ਨਹੀਂ ਘਿਰਿਆ ਸਾਡਾ? ਘਿਰੇ ਆ ਜਾਲੀ ਡਿਸਟਿਲਰੀਆਂ ਤੋਂ ਲੈ ਕੇ, ਮਾੜੀਆਂ ਸ਼ਰਾਬਾਂ ਤੋਂ ਲੈ ਕੇ, ਆ ਕੋਵਿਡ 'ਚ ਹੁੰਦੇ ਪੰਗਿਆਂ ਤੋਂ ਲੈ ਕੇ, ਸਾਨੂੰ ਸਾਹ ਕਿੱਥੇ ਆਉਂਦਾ? ਰਾਹ ਨਹੀਂ ਮਿਲਦਾ ਪਿਆ।
ਜਦੋਂ ਰਾਹ ਨਹੀਂ ਮਿਲਦਾ ਪਿਆ, ਉਧਰੋਂ ਫਰੀਦਕੋਟ ਚ ਮਨਰੇਗਾ ਵਾਲੇ ਘੇਰੇ ਫਿਰਦੇ ਨੇ ਅਗਲੇ ਪਗਾਨੇ। ਆਹੀ ਮੈਂ ਦੇਖਿਆ ਇੱਕ ਅੰਗਰੇਜ਼ੀ ਅਖਬਾਰ ਜੀ ਸੁੱਖ ਨਾਲ 4 ਕਾਲਮੀ ਖਬਰ ਬਣਾ ਕੇ, ਬਹੁਤ ਵੱਡੀ ਖਬਰ ਹੈ। ਆਖੇ ਕੁਸ਼ਲਦੀਪ ਢਿੱਲੋਂ ਸ਼ਾਇਦ ਜ਼ਿਕਰ ਹੋਇਆ, ਕੁਸ਼ਲਦੀਪ ਢਿੱਲੋਂ ਨੇ ਨਾਂ ਲਿਖਿਆ ਵਿੱਚ ਖਬਰ ਦੇ। ਹਾਂ, ਕੁਸ਼ਲਦੀਪ ਸਿੰਘ ਢਿੱਲੋਂ ਨੇ MLA ਫਰੀਦਕੋਟ ਨੇ, ਔਰ ਕਹਿੰਦੇ ਕਿ ਜਿਹੜਾ ਉੱਥੇ ਪੈਸਾ ਆਇਆ ਆ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਸਕੀਮ ਦੇ ਤਹਿਤ, ਉਹਦੇ ਤਹਿਤ ਜੋ ਕੁਝ ਸਮਾਨ ਖਰੀਦਿਆ ਗਿਆ ਉਹ ਐਸੇ ਲੋਕਾਂ ਨੂੰ ਪੇਮੈਂਟ ਕੀਤੀ ਜਿਹੜੇ ਲੋਕ ਹੈ ਹੀ ਨਹੀਂ ਕਿਤੇ। ਅੱਛਾ, ਇਹ ਹੁਣ ਦੇਖੋ ਨਰੋਲ ਪਿੰਡਾਂ ਦਾ ਮਸਲਾ ਹੈ। ਨਰੋਲ ਪਿੰਡਾਂ ਦਾ, ਤੁਸੀਂ ਪਿੰਡ 'ਚ ਜੀਂਦੇ ਹੋ, ਪਿੰਡ 'ਚ ਰਹਿੰਦੇ ਹੋ, ਝਾਤੀ ਮਾਰੋ ਆਲੇ ਦੁਆਲੇ ਦੇ ਵਿੱਚ, ਕਦੇ ਤੁਹਾਡੀਆਂ ਗਲੀਆਂ ਦੇ ਵਿੱਚ ਇੱਟ ਲੱਗਦੀ ਹੁੰਦੀ ਸੀ। ਬਿਲਕੁਲ, ਕਹਿੰਦੇ ਹੁੰਦੇ ਸੀ ਇੱਟ ਪਿੱਲੀ ਲਾਤੀ ਸਰਪੰਚ ਨੇ। ਹਾਂ ਠੀਕ ਹੈ ਜੀ, ਬਿਲਕੁਲ। ਇੱਟ ਹੁੰਦੀ ਆ, ਰੇਟ ਇੱਟ ਦਾ ਹੁੰਦਾ, ਲੇਕਿਨ ਪਿੱਲੀ ਦਾ ਰੇਟ ਅੱਧਾ ਹੁੰਦਾ। ਨਾਲ ਇਹ ਵੀ ਕਹਿੰਦੇ ਸੀ ਆ ਸਰਪੰਚ ਨੂੰ ਦੇਖੋ, ਸਰਪੰਚ ਦੀ ਜੇ ਬੈਕ ਨੂੰ ਜ਼ਿਆਦਾ ਪਿਆ ਦੇਖੋ ਕਿਦਾਂ ਲਿਸ਼ਕਦਾ। ਮੈਂ ਕਿਹਾ ਸਰਪੰਚ ਦੇ ਕੱਪੜੇ ਖੜ ਖੜ ਕਰਦੇ, ਹਾਂ, ਤੇ ਰੰਗ ਪੱਗਾਂ ਦੇ ਨਵੇਂ ਤੋਂ ਨਵੇਂ, ਤੇ ਗੱਡੀ ਨਵੀਂ ਤੋਂ ਨਵੀਂ। ਲੇਕਿਨ ਸਰਦਾਰ ਜੀ, ਬਹੁਤ ਵੱਡਾ ਸਵਾਲ ਆ ਪੰਜਾਬੀਆਂ ਲਈ, ਜੀਣ ਮੌਤ ਦਾ ਸਵਾਲ ਬਣਿਆ ਪਿਆ। ਸਾਲਾਂ ਤੋਂ ਸਾਡੀਆਂ ਇੱਟਾਂ ਪੁੱਟ ਪੁੱਠੀਆਂ ਸਦੀਆਂ ਕਰੀ ਜਾਂਦੇ ਸੀ, ਅੱਜ ਤੱਕ ਤਾਂ ਗਲੀਆਂ ਨਾਲੀਆਂ ਨਾ ਬਣੀਆਂ, ਲੇਕਿਨ ਹੁਣ ਗਲੀਆਂ ਨਾਲੀਆਂ ਦੇ ਵਿੱਚੋਂ ਕਿੰਨਾ ਕੁਝ ਬਣ ਗਿਆ, ਇਹ ਵੱਡਾ ਸਵਾਲ ਹੈ। ਇਹ ਮਨਰੇਗਾ ਦੇ ਤਹਿਤ ਕੁਸ਼ਲਦੀਪ ਢਿੱਲੋਂ ਵਾਲੇ ਮਾਮਲੇ 'ਚ ਜੋ ਅਖਬਾਰ ਕਹਿੰਦੀ ਆ, ਉਹਨੂੰ ਪਾਸੇ ਰੱਖ ਲੈਨੇ ਪਲ ਦੀ ਪਲ। ਖਬਰ ਵੱਡੀ ਆ, ਨਹੀਂ ਜਾਂਚ ਸ਼ੁਰੂ ਨਾ ਰੱਖੋ, ਪਾਸੇ ਨਾ ਰੱਖੋ, ਕਿਉਂਕਿ ਇਹਦੇ 'ਚ ਸ਼ਿਕਾਇਤ ਗਈ ਆ ਕੇਂਦਰ ਨੂੰ। ਮੈਂ ਸ਼ਿਕਾਇਤ ਕਰਨ ਵਾਲੇ ਪੰਜਾਬ ਦੇ ਲਈ। ਮੈਂ ਕਿਹਾ ਇਹ ਤੁਸੀਂ ਸਾਰੀ ਡਿਟੇਲ ਦਿਓ, ਮੈਨੂੰ 1 ਮਿੰਟ ਪਹਿਲਾਂ ਦਿਓ ਐਕਸਪਲੇਨ ਕਰਨ ਲਈ। ਤੁਸੀਂ ਇਹ ਖਬਰ ਨੂੰ ਇਦਾਂ ਹੀ ਦੱਸਣਾ ਜਿਵੇਂ ਦੱਸਣਾ ਚਾਹੁੰਦੇ ਹੋ, ਪਾਬੰਦੀ ਕੋਈ ਨਹੀਂ। ਦੋਸਤੋ, ਇਹ ਹੈ ਕਿ ਜਦੋਂ ਅੱਜ ਦੇ ਦਿਨ 'ਚ ਮਨਰੇਗਾ ਦੇ ਵਿੱਚ ਫੰਡ ਆਉਂਦੇ ਬਹੁਤ, ਔਰ ਇੱਕ ਟਾਸਕ ਦਿੱਤਾ ਗਿਆ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਮਨਰੇਗਾ ਦੇ ਸਭ ਤੋਂ ਵੱਧ ਫੰਡ ਲੱਗਣ। ਬਿਲਕੁਲ, ਔਰ ਅਫਸਰਾਂ ਦੀ ਜਿਹੜੇ ਖਾਸ ਤੌਰ ਤੇ ADC ਡਿਵੈਲਪਮੈਂਟ ਹੁੰਦੇ, ਉਹਨਾਂ ਦੇ ਜਾਨ ਦਾ ਖੌਫ ਬਣੇ ਹੁੰਦੇ ਆ ਕਿ 100 ਕਰੋੜ ਆ ਗਿਆ ਜ਼ਿਲ੍ਹੇ 'ਚ, ਇਹ 100 ਕਰੋੜ ਖਪਤ ਕਰਨਾ ਹੈ। ਬਿਲਕੁਲ ਸਹੀ ਗੱਲ। ਲੇਕਿਨ ਇਸ ਦੌਰਾਨ ਕੀ ਹੁੰਦਾ ਹੈ? ਇਸ ਦੌਰਾਨ ਇੱਕ ਵੱਡੀ ਗੱਲ ਨਿੱਤਰ ਕੇ ਸਾਹਮਣੇ ਪੂਰੇ ਪੰਜਾਬ ਚੋਂ ਆ ਰਹੀ ਆ। ਅੱਜ ਕੱਲ ਇੱਕ ਇੰਟਰਲੌਕਿੰਗ ਟਾਈਲਾਂ ਦਾ ਸਵਾਲ ਹੈ। ਇਹ ਤੁਸੀਂ ਤਾਂ ਜਾਣਦੇ ਹੋ, ਅੰਮ੍ਰਿਤਸਰ ਦੇ ਨੇੜੇ, ਅੰਮ੍ਰਿਤਸਰ ਦੇ ਵਿੱਚ ਆ ਜਿੰਨੀ ਹੈਰੀਟੇਜ ਸਟਰੀਟ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਰਾਜਕਾਲ ਦੌਰਾਨ ਬਣੀ ਆ, ਜਿਹੜੇ ਉਹ ਕਹਿੰਦੇ ਸੀ ਕਿ ਇਹਦੇ ਨਾਲ ਦੀ ਵਿਰਾਸਤੀ ਸਟਰੀਟ ਕੋਈ ਨਹੀਂ ਬਣੀ, ਤੇ ਜੇ ਕਿਤੇ ਤੁਹਾਨੂੰ ਮੌਕਾ ਮਿਲੇ ਤੇ ਜਾਂ ਕਿਤੇ ਸੁਖਬੀਰ ਬਾਦਲ ਦੁਬਾਰਾ ਆਉਣ ਤੇ ਉਸ ਇੰਟਰਲੌਕ ਦੇ ਉੱਤੇ ਨੰਗੇ ਪੈਰੀ ਚੱਲ ਕੇ ਦਿਖਾ ਦੇਣ। ਉਹਨੂੰ ਛੱਡ ਦਿਓ ਸਰਦਾਰ ਜੀ, ਉੱਥੇ ਤਾਂ ਫਿਰ ਵੀ ਬੜਾ ਉੱਤਮ ਦਰਜੇ ਦਾ ਕੰਮ ਹੋਇਆ ਹੋਊਗਾ। ਇਹ ਕਿਆ ਹੋਊਗਾ? ਮੈਂ ਉਹ ਗੱਲ ਕਰਨ ਲੱਗਿਆ ਜਿਹੜੀ ਅੰਮ੍ਰਿਤਸਰ ਦਾ ਕੋਈ ਏਰੀਆ ਨਹੀਂ ਛੱਡਿਆ ਗਿਆ। ਸਾਡੇ ਇੱਕ ਮਿਨਿਸਟਰ ਸੀ ਜਿਨ੍ਹਾਂ ਨੇ ਆਪਣਾ ਹਲਕਾ ਪੂਰੇ ਦਾ ਪੂਰਾ ਇੰਟਰਲੌਕਿੰਗ ਟਾਈਲਾਂ 'ਚ ਫਿੱਟ ਕਰਤਾ। ਉਹ ਜਿਹੜੇ ਮੰਤਰੀ ਸੀ ਨਾ, ਉਹਨਾਂ ਨੂੰ ਲੋਕ ਇਹੋ ਹੀ ਕਹਿੰਦੇ ਸੀ ਇੰਟਰਲੌਕ ਮੰਤਰੀ। ਔਰ ਇੰਟਰਲੌਕਿੰਗ ਦਾ ਐਸਾ ਪ੍ਰਚਾਰ ਤੁਰਿਆ, ਉਦੋਂ ਵੀ ਕਹਿੰਦੇ ਹੁੰਦੇ ਸੀ ਕਿ ਇੰਟਰਲੌਕਿੰਗ ਦੀ ਮੋਟਾਈ ਚੌੜਾਈ ਇਹ ਉਹ ਕਰਕੇ ਵੀ ਪੈਮਾਨੇ ਕੁਝ ਹੋਰ ਹੈ। ਲੇਕਿਨ ਅੱਜ ਦੋਸਤੋ ਬਹੁਤ ਵੱਡਾ ਸਵਾਲ ਪੂਰੇ ਪੰਜਾਬ 'ਚ ਹੈ ਕਿ ਇੰਟਰਲੌਕਿੰਗ ਟਾਈਲਾਂ ਦਾ ਹੜ ਆਇਆ ਪਿਆ। ਹਰਦੋਜੀ ਰੋਡ ਦੇ ਉੱਤੇ ਫੈਕਟਰੀ ਆ। ਇੱਕ ਸਵਾਲ ਖੜਾ ਹੋ ਗਿਆ ਕਿ ਮਨਰੇਗਾ ਦੇ ਤਹਿਤ ਪੈਸੇ ਆਉਂਦੇ ਆ, ਔਰ ਖਾਸ ਤੌਰ ਤੇ ਲੇਬਰ ਨੂੰ ਵੀ ਉਹਨਾਂ ਦੇ ਖਾਤਿਆਂ 'ਚ ਪੈਸੇ ਜਾਂਦੇ ਆ, ਸਭ ਕੁਝ ਹੋ ਰਿਹਾ। ਲੇਕਿਨ ਇੱਕ ਟ੍ਰੈਂਡ ਸ਼ੁਰੂ ਹੋ ਗਿਆ। ਉਹ ਟ੍ਰੈਂਡ ਕੀ ਸ਼ੁਰੂ ਹੋ ਗਿਆ? ਅਖੇ ਜੀ ਸਰਪੰਚੋਂ ਪੈਸੇ ਆ ਜਾਣਗੇ, ਹਾਂ MLA ਆਮ ਹੀ ਜਾਂ ਉਹਨਾਂ ਦੇ ਕਰਿੰਦੇ ਕਹਿੰਦੇ ਜੀ ਪੈਸੇ ਆ ਜਾਣਗੇ, ਲੇਕਿਨ ਟਾਇਲ ਫਲਾਣੇ ਕੋ ਲੈ ਲਿਓ। ਟਾਇਲ ਫਲਾਣੇ ਕੋ। ਹੁਣ ਜਿਹੜੀ ਟਾਇਲ ਫਲਾਣੇ ਕੋ ਲੈ ਲਿਓ, ਜਦੋਂ ਕੱਲ ਨੂੰ ਉਹਨਾਂ ਦੀਆਂ ਜਾਂਚਾਂ ਹੁੰਦੀਆਂ ਨੇ ਵੀ ਇਹਦੀ ਮੋਟਾਈ ਕਿੰਨੀ, ਚੌੜਾਈ ਕਿੰਨੀ, ਉਦੋਂ MLA ਦੀ ਜਾਂਚ ਨਹੀਂ ਹੋਣੀ, ਉਦੋਂ ਜਾਂਚ ਹੋਣੀ ਸਰਪੰਚ ਦੀ। ਨਹੀਂ, ਜਾਂਚ ਕਿਸੇ ਨੇ ਕਰਨੀ ਨਹੀਂ। ਸਰਦਾਰ ਬਾਦਲ, ਜਦੋਂ ਕਿਸੇ ਨੇ ਜਾਂਚ ਕਰਨੀ ਹੈ ਉਦੋਂ ਦੋਸ਼ ਸਰਪੰਚ ਤੇ ਹੋਣਾ, MLA ਤੇ ਨਹੀਂ ਹੋਣਾ। ਤੇ ਜੇ ਸਰਦਾਰ ਜੀ ਜਿਹੜੀ ਤੁਸੀਂ ਗੱਲ ਖਬਰ ਦੇ ਰਹੇ ਹੋ, ਦੇਖੋ ਮਨਰੇਗਾ ਦੇ ਵਿੱਚ ਪਿੰਡਾਂ 'ਚ ਧੜਾ ਧੜ ਪੈਸੇ ਲੱਗ ਰਹੇ, ਛੱਪੜ ਬਣ ਰਹੇ, ਪੰਜਾਬ ਦਾ ਮੂੰਹ ਮੱਥਾ ਬਣ ਰਿਹਾ। ਅਸੀਂ ਇਹਦੇ ਲਈ ਪੂਰੀ ਤਰ੍ਹਾਂ ਸਮਰਪਿਤ ਹੈ, ਸਹਿਮਤੀ ਦਿੰਨੇ, ਸ਼ਾਬਾਸ਼ ਦਿੰਨੇ ਆ, ਐਪਰੀਸ਼ੀਏਟ ਕਰਦੇ ਆ ਸਰਕਾਰ ਨੂੰ। ਪਰ ਇਹਦੀ ਆੜ ਦੇ ਵਿੱਚ ਜੇ ਕਿਧਰੇ ਕਿਸੇ ਦੇ ਮਹੱਲ ਉਸਰ ਰਹੇ ਆ, ਬਹੁਤ ਵੱਡਾ ਕੁਝ ਹੋ ਰਿਹਾ, ਤੇ ਉਹ ਗੱਲ ਇਹ ਤੁਸੀਂ ਦੱਸ ਦਿਓ ਵੀ ਇਹ ਖਬਰ ਕੀ ਹੈ। ਹੁਣ ਮੇਰੇ ਕੋਲ ਬਹੁਤਾ ਕੁਝ ਘਟਾਓਗੇ। ਸਿਰਫ ਉਹਨਾਂ ਨੇ ਇਹੋ ਹੀ ਕਹੀ ਕਿ ਜਿਹੜੇ ਪੈਸੇ ਆਏ ਨੇ, ਜਿਹੜੇ ਸਮਾਨ ਖਰੀਦੇ ਗਏ ਨੇ, ਉਸ ਪੈਸੇ ਨਾਲ ਜਿਨ੍ਹਾਂ ਕੰਪਨੀਆਂ ਨੂੰ ਪੇਮੈਂਟ ਕੀਤੀ, ਉਹ ਤੇ ਕੰਪਨੀਆਂ ਨਹੀਂ ਕਿਤੇ ਹੈਗੀਆਂ। ਇਹ ਅੰਗਰੇਜ਼ੀ ਦੀ ਇੱਕ ਵੱਡੀ ਅਖਬਾਰ ਨੇ ਜ਼ਿੰਮੇਵਾਰੀ ਨਾਲ ਲਿਖਿਆ। ਔਰ
ਇਹ ਸ਼ਿਕਾਇਤ ਕਰਨ ਵਾਲੇ ਬੀਬਾ ਹਰਸਿਮਰਤ ਕੌਰ ਬਾਦਲ ਨੇ, ਜਿਹੜੇ ਕੇਂਦਰ ਨੂੰ ਕਰਦੇ ਨੇ। ਇਹ ਵੀ ਲਿਖਿਆ ਵਿੱਚ ਬਿਲਕੁਲ। ਤੇ ਕੇਂਦਰੀ ਜਿਹੜੇ ਰੂਰਲ ਡਿਵੈਲਪਮੈਂਟ ਮਿਨਿਸਟਰ ਨੇ, ਉਹਨਾਂ ਨੇ ਕਾਂ ਜਾਂਚ ਤੋਰੀ ਆ। ਲੇਕਿਨ ਦੋ ਅਹਿਮ ਘਟਨਾਵਾਂ ਜਿਹੜੀਆਂ ਤੁਹਾਡੇ ਲਾਗੇ ਘੁੰਮਦੀਆਂ ਨੇ, ਇੱਕ ਧਰਮਸੋਤ ਵਾਲੀ ਨਾ, ਇੱਕ ਤੁਹਾਡੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਰੌਲਾ ਪਿਆ ਧਰਮਸੋਤ ਸਿੰਘ, ਧਰਮਸੋਤ ਵਾਲਾ। ਹਾਂ, ਉਹਦੇ ਵਿੱਚ ਵੀ ਇਹੋ ਹੀ ਦੋਸ਼ ਸੀ ਕਿ ਜਿਹੜਾ ਪੈਸਾ ਦਿੱਤਾ ਐਸੀਆਂ ਕੰਪਨੀਆਂ ਨੂੰ ਦਿੱਤਾ ਜਿਹੜੀਆਂ ਨੂੰ ਭੂਤ ਕੰਪਨੀਆਂ ਕਿਹਾ। ਮਤਲਬ ਜਿਹਨਾਂ ਦਾ ਥੋ ਪਤਾ ਹੀ ਨਹੀਂ, ਪਤਾ ਹੀ, ਜਿਹੜੀਆਂ ਉਦੋਂ ਸਾਹਮਣੇ ਆਉਂਦੀਆਂ ਜਦੋਂ ਬਿੱਲ ਬਣਦਾ, ਜਦੋਂ ਬਿੱਲ ਬਣ ਜਾਂਦੇ ਨੇ। ਹੁਣ ਜਦੋਂ ਇਹ ਦੋਨਾਂ ਪੈਸਿਆਂ ਦਾ, ਦੋਨਾਂ ਦਾ ਜਿਹਨੂੰ ਕਹਿ ਰਹੇ ਹੋ ਨਾ, ਪੈਸੇ ਇੱਕੋ ਜਗ੍ਹਾ ਤੇ ਜਾ ਰਹੇ ਨੇ, ਇੱਕੋ ਜਿਹੀ ਕੰਪਨੀ ਜਗ੍ਹਾ ਤੇ ਜਾ ਰਹੇ ਨੇ, ਤੇ ਫਿਰ ਸ਼ੰਕੇ ਜਿਹੜੇ ਨੇ ਉਹ ਵੱਧਦੇ ਨੇ। ਤੇ ਫਿਰ ਜਦੋਂ ਇੱਕ ਮੁੱਖ ਮੰਤਰੀ ਸਾਰੇ ਪਾਸਿਓਂ, ਇੱਧਰੋਂ ਵੀ ਇਸ ਮੰਤਰੀ ਵਾਸਤੇ ਵੀ ਘਿਰਿਆ ਹੋਇਆ, ਦੂਜੇ ਵਾਸਤੇ ਘਿਰਿਆ, ਤੇ ਉਹ ਤੀਜੇ ਨੂੰ ਕਹਿੰਦਾ ਭਰਾ ਤੂੰ ਨਾ ਕੋਈ ਨਵਾਂ ਕਲੇਸ਼ ਪਾ, ਇਸ ਕਰਕੇ ਰਹਿਣ ਦੇ, ਛੱਡਦੇ ਜੇ ਬਦਲੀਆਂ। ਭੂਤ ਕੰਪਨੀਆਂ ਦਾ ਬੜਾ ਪੰਗਾ ਜੇ। ਮੈਨੂੰ ਪੁਰਾਣੀ ਭੂਤ ਕੰਪਨੀਆਂ ਵੀ ਯਾਦ ਆਉਂਦੀਆਂ, ਜਦੋਂ ਇੱਕ ਨਵੀਂ ਉੱਠੀ ਇਨਕਲਾਬੀ ਪਾਰਟੀ ਨੂੰ ਕਰੋੜਾਂ ਦਾ ਚੰਦਾ ਮਿਲਿਆ ਸੀ, ਤੇ ਜਿਨ੍ਹਾਂ ਐਡਰੈਸਸ ਤੋਂ ਉਹ ਕੰਪਨੀਆਂ ਰਜਿਸਟਰਡ ਸੀ, ਮੁੜ ਕੇ ਉਹ ਉੱਥੋਂ ਲੱਭੀਆਂ ਹੀ ਨਹੀਂ। ਬਿਲਕੁਲ, ਇਹਨੂੰ ਵੀ ਭੂਤ ਕਹਿੰਦੇ। ਲੇਕਿਨ ਜਿਹੜੀ ਮੁੱਖ ਮੰਤਰੀ ਤੁਸੀਂ ਗੱਲ ਕਰਦੇ ਹੋ, ਮਰਦਾ ਕੀ ਨਹੀਂ ਕਰਦਾ, ਮੁੱਖ ਮੰਤਰੀ ਦੇ ਸਾਹਮਣੇ ਰਸਤਾ ਹੀ ਨਹੀਂ। ਬਿਲਕੁਲ। ਜਦੋਂ ਸਰਕਾਰਾਂ ਫੰਡ ਭੇਜਦੀਆਂ ਨੇ ਜੀ, ਸਰਕਾਰਾਂ ਫੰਡ ਭੇਜਦੀਆਂ ਨੇ, ਬਹੁਤ ਵੱਡੇ ਪ੍ਰੋਜੈਕਟ ਬਣਦੇ ਨੇ। ਆ ਤੁਹਾਡੇ ਅਜਨਾਲੇ ਦੇ ਨਾਲ ਹੀ ਇੱਕ ਪਿੰਡ ਹੈ ਪਿੰਡੀ ਸੈਦਾ ਜੀ, ਉਹ ਕਿਸੇ ਟਾਈਮ ਤੇ ਮਿੰਨੀ ਚੰਡੀਗੜ੍ਹ ਹੈ। ਉਹਦਾ ਲਿਖਿਆ ਵੀ ਸੀ, ਮੈਂ ਦੇਖਿਆ ਮਿੰਨੀ ਚੰਡੀਗੜ੍ਹ। ਗੱਲ ਸੁਣੋ, ਉਹ ਤਾਂ ਇੰਜ ਲੱਗਦਾ ਜਿੱਦਾਂ ਪਾਕਿਸਤਾਨ ਚ ਵੜ ਚੱਲਿਆ ਹੁੰਦਾ ਜਾ ਕੇ। ਉਹ ਚੰਡੀਗੜ੍ਹ ਕਿੱਦਾਂ ਬਣ ਗਿਆ? ਮਿੰਨੀ ਚੰਡੀਗੜ੍ਹ ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਐਲਾਨਿਆ। ਉਹ ਪਹਿਲਾ ਪਿੰਡ ਬਣਿਆ ਜਿਹਦੀ ਫਿਰਨੀ ਜਿਹੜੀ ਸੀ ਉਹ ਤੇ ਬਹੁਤ ਸੋਹਣੀਆਂ ਲਾਈਟਾਂ ਲੱਗੀਆਂ। ਅੱਛਾ। ਤੇ 2007 ਦੇ ਵਿੱਚ ਅਸੀਂ ਉੱਤੇ ਸਪੈਸ਼ਲ ਸਟੋਰੀ ਕੀਤੀ। ਜਦੋਂ ਸਟੋਰੀ ਕਰਨ ਗਏ ਤੇ ਪਤਾ ਲੱਗਾ ਲਾਈਟਾਂ ਤੇ ਹੈ ਹੀ ਨਹੀਂ ਕਿਤੇ, ਤੇ ਰੌਲਾ ਕਾਹਦਾ ਸੀ? ਮਤਲਬ ਤੁਸੀਂ ਸੋਚ ਕੇ ਵੀ ਲਾਈਟਾਂ ਜਗਦੀਆਂ ਹੋਣਗੀਆਂ, ਮਜ਼ਾ ਆਊਗਾ। ਅਸੀਂ ਕਿਹਾ ਕਿ ਘੱਟੋ ਘੱਟ ਕੋਈ ਪਿੰਡ ਦੀ ਨੁਹਾਰ ਬਦਲੀ ਹੋਏਗੀ ਵੀ ਜੇ ਚੰਡੀਗੜ੍ਹ ਨਹੀਂ ਦੇਖ ਸਕੇ, ਮਿੰਨੀ ਚੰਡੀਗੜ੍ਹ ਦੇਖ ਲਈਏ। ਜਦੋਂ ਪਤਾ ਲੱਗਾ, ਕਹਿੰਦੇ ਜੀ ਖੰਭਾ ਤੇ ਪੁਰਾਣੇ ਸਾਬਕਾ ਸਰਪੰਚ ਸਾਹਿਬ ਦੇ ਘਰ ਪਿਆ, ਤੇ ਲਾਈਟਾਂ ਦਾ ਨਹੀਂ ਪਤਾ। ਅੱਛਾ। ਵਿਚਾਰੇ ਦੋਨੇ ਸਰਪੰਚ ਲੁਕਦੇ ਫਿਰਨ ਵੀ ਹੁਣ ਦੱਸੋ ਦੋਸ਼ੀ ਕੌਣ ਆ? ਕੈਮਰੇ ਤੁਸੀਂ ਕਲਿੱਕ ਕਰਦੇ ਫਿਰਦੇ ਕਿ ਦੋਸ਼ੀ ਕੌਣ ਆ, ਜ਼ਿੰਮੇਵਾਰੀ ਕਿਹਦੇ ਸਿਰ ਤੇ ਜਾਵੇ। ਲੇਕਿਨ ਅਸਲੀਅਤ ਹੈ ਕਿ ਨਕਸ਼ ਕਿਤਾਬਾਂ 'ਚ ਬਹੁਤ ਕੁਝ ਆਉਂਦਾ। ਪਾਕਿਸਤਾਨ ਦਾ ਇੱਕ ਸ਼ੋਅ ਦੇਖਿਆ ਸੀ, ਉਹਨ ਬਿਜਲੀ ਬੋਰਡ ਦੇ ਬੜੇ ਵੱਡੇ ਅਧਿਕਾਰੀ ਦੀ ਇੰਟਰਵਿਊ ਕੀਤੀ। ਕਹਿੰਦਾ ਮੈਨੂੰ ਇੱਕ ਚੀਜ਼ ਨਹੀਂ ਸਮਝ ਲੱਗਦੀ ਜੀ ਕਿ ਸਰਕਾਰ ਏਡੇ ਪਲਾਨ ਐਲਾਨ ਕਰਦੀ ਆ, ਲੇਕਿਨ ਦਿਸਦਾ ਕੁਛ ਨਹੀਂ। ਕਹਿੰਦਾ ਜੀ ਸਾਡੇ ਹੱਥ 'ਚ ਆ ਡੈਰੀ ਆ, ਪਲਾਨ ਵਾਕਈ ਕਹਿੰਦਾ ਵੱਡੀਆਂ ਕੰਧਾਂ ਦੇ ਉੱਤੇ ਬਣਦੇ ਨੇ ਵੱਡੇ। ਜਦੋਂ ਸਾਡੇ ਕੋਲ ਡੈਰੀ ਆਉਂਦੀ ਆ, ਅੱਛਾ, ਇਹਦੇ ਵਿੱਚ ਹੀ ਆ ਜਿੰਨਾ ਇੱਕ ਪੇਜ ਤੇ ਪਲਾਨ ਕਿ ਅਸੀਂ ਇੱਥੇ ਕੰਮ ਕਰਦੇ ਆ। ਕਹਿੰਦਾ ਜੀ ਫਿਰ ਚਲੋ ਤੁਹਾਡੇ ਦੀ ਮਜਬੂਰੀ ਆ, ਤੁਹਾਨੂੰ ਉਹਨਾਂ ਕੀ ਗਾਂ ਕਾਰੋਬਾਰ ਮਿਲਦਾ, ਪਰ ਇੱਕ ਚੀਜ਼ ਦੱਸੋ, ਕਹਿੰਦਾ ਸਾਨੂੰ ਬਿਜਲੀ ਦੇ ਬਿੱਲ ਬੜੇ ਆਉਂਦੇ ਆ, ਉਹਦਾ ਕੀ ਕਰੀਏ? ਕਹਿੰਦਾ ਵੀ ਉਹ ਮੀਟਰ ਰੀਡਰ ਨਾਲ ਗੱਲ ਕਰੋ। ਅੱਛਾ। ਉਹਦਾ ਸਾਡੇ ਕੋਲ ਕੋਈ ਲੈਣ ਦੇ ਨਹੀਂ। ਉਹ ਨਤੀਜਾ ਕੱਢਿਆ ਕਿ ਜੇ ਬਿਜਲੀ ਪਿੱਛੋਂ ਨਹੀਂ ਆ ਰਹੀ ਜਾਂ ਕੋਈ ਵੱਡਾ ਪਲਾਨ ਨਹੀਂ, ਤੇ ਵੱਡੇ ਅਧਿਕਾਰੀ ਨੂੰ ਮਿਲਣ ਜਾਓ, ਤੇ ਜੇ ਭਾਈ ਤੁਹਾਨੂੰ ਬਿੱਲ ਜ਼ਿਆਦਾ ਆਉਂਦਾ, ਫਿਰ ਥੱਲੇ ਵਾਲੇ ਅਧਿਕਾਰੀ ਨੂੰ ਮਿਲ ਲਓ। ਗੱਲ ਤਾਂ ਇਹੋ ਹੀ ਹੈ ਕਿ ਹਾਲਾਤੇ ਹਾਜ਼ਰਾ ਜਦੋਂ ਮਿਨਿਸਟਰ ਲੋਕ ਇਸ ਤਰੀਕੇ ਨਾਲ, ਹੁਣ ਜੇ ਕੁਸ਼ਲਦੀਪ ਢਿੱਲੋਂ ਦੀ ਗੱਲ ਕਰੀਏ ਤੇ ਕੋਈ ਛੋਟੇ ਹੈ ਨਹੀਂ, ਕੈਪਟਨ ਅਮਰਿੰਦਰ ਦੇ ਨਾਲ ਪੂਰੇ ਮਿਲਕਦੇ ਆ, ਬੈਂਦੇ ਨੇੜੇ ਹੋ ਕੇ। ਔਰ ਗੁਰਪ੍ਰੀਤ ਸਿੰਘ ਕਾਂਗੜ ਜਿਹੜੇ ਮਾਲ ਮੰਤਰੀ ਆ, ਉਹਨਾਂ ਦੀ ਵੀ ਬਹੁਤ ਵੱਡੇ ਘਰ ਦੇ ਵਿੱਚ ਪੁੱਛ ਪ੍ਰਤੀਤ ਹੈ। ਲੇਕਿਨ ਪੰਜਾਬ ਦੇ ਲੋਕਾਂ ਦੀ ਪੁੱਛ ਪ੍ਰਤੀਤ ਦਾ ਕੀ ਕਰੀਏ? ਅਸਲ 'ਚ ਜਿਨ੍ਹਾਂ ਲੋਕਾਂ ਨਾਲ ਵਾਹ ਪੈਣਾ ਸਾਡਾ, ਉਹ ਤਾਂ ਇਹੀ ਅਧਿਕਾਰੀ ਲੋਕ ਨੇ, ਉਹ ਤਾਂ ਉਹੀ ਤਹਿਸੀਲਦਾਰ ਨੇ ਜਿਨ੍ਹਾਂ ਦੇ ਦਫ਼ਤਰਾਂ ਦੇ ਬਾਹਰ ਲਾਈਨਾਂ ਪਤਾ ਨਹੀਂ ਕਿੱਡੀਆਂ ਲੰਮੀਆਂ ਹੋ ਜਾਂਦੀਆਂ। ਵੇਟਿੰਗ ਹਾਲ 'ਚ ਪੈਸੇ ਦੇ ਕੇ ਰਜਿਸਟਰੀਆਂ ਕਰਾਉਣ ਆਏ, ਸਰਕਾਰ ਦੇ ਖਜ਼ਾਨੇ 'ਚ ਪੈਸੇ ਪਾਉਣ ਆਇਆਂ ਨੂੰ ਵੀ ਕਈ ਰਾਹ ਰਸਤੇ ਵੇਖਣੇ ਪੈਂਦੇ ਆ। ਕਦਰੇ ਵਸੀਕੇ ਵਾਲਿਆਂ ਤੋਂ, ਕਦਰੇ ਕਿਸੇ ਹੋਰ ਵੱਲੋਂ ਕਈ ਕੁਝ ਕਰਨਾ ਪੈਂਦਾ ਹੈ। ਤੁਸੀਂ ਜਾਣਦੇ ਹੋ, ਮੂੰਹ ਖੋਲਾਂਗੇ ਚੰਗਾ ਨਹੀਂ ਲੱਗਦਾ। ਸਾਰੀਆਂ ਧਿਰਾਂ ਜ਼ਿੰਮੇਵਾਰ ਤੇ ਸਤਿਕਾਰਯੋਗ ਨੇ, ਹਰੇਕ ਦੀ ਕਦਰ ਹੈ। ਲੇਕਿਨ ਇਸ ਸਿਸਟਮ ਨੂੰ, ਇਸ ਵਿਵਸਥਾ ਨੂੰ ਲੱਚਰ ਬਣਾਉਣ ਦੇ ਵਿੱਚ ਔਰ ਵਾਹਿਯਾਤ ਬਣਾਉਣ ਦੇ ਵਿੱਚ ਆਪਾਂ ਸਾਰੇ ਬਰਾਬਰ ਦੇ ਜ਼ਿੰਮੇਦਾਰ ਹਾਂ, ਜਿਹੜੇ ਬਹੁਤ ਵਾਰੀ ਆਪਣਾ ਕੰਮ ਕਢਾਉਣ ਲਈ ਕਹਿੰਦੇ ਸਾਨੂੰ ਕਿ ਆਪਣਾ ਨਿਕਲਿਆ, ਗੱਲ ਖਤਮ ਹੋਈ। ਅਸੀਂ ਕਦੇ ਜੇਬ 'ਚ ਹੱਥ ਮਾਰ ਲੈਂਦੇ ਆ, ਕਦੇ ਕਿਸੇ MLA ਦੀ ਸਿਫਾਰਿਸ਼ ਪਵਾ ਲੈਂਦੇ ਆ। ਅਸੀਂ ਸਿਸਟਮ ਨਾ ਬਣਾ ਕੇ ਬੰਦੇ ਸਿਰਜ ਲਏ ਆ, ਔਰ ਜਦੋਂ ਅਸੀਂ ਬੰਦੇ ਸਿਰਜ ਲਏ ਆ, ਹੁਣ ਬੰਦਿਆਂ ਦੇ ਵਸ ਪੈ ਕੇ ਚੀਕਾਂ ਕਿਉਂ ਮਾਰਦੇ ਆ? ਸਰਦਾਰ ਜੀ, ਇਸ ਤੋਂ ਅਗਲੀ ਗੱਲ ਬਹੁਤ ਅਹਿਮ ਆ ਕਿ ਸੁਮੇਧ ਸੈਣੀ ਵਾਲੇ ਮਾਮਲੇ 'ਚ ਜਦੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਂਗਲ ਉਠਾਉਂਦੇ ਆ ਸਿਕਿਉਰਿਟੀ ਤੇ, ਜਦੋਂ ਉਂਗਲ ਉਠਾਉਂਦੇ ਆ ਸਿਸਟਮ ਤੇ, ਕਿ ਉਹ ਨਿਕਲ ਕਿਵੇਂ ਗਏ? ਤੇ ਫਿਰ ਮੈਨੂੰ ਸਮਝ ਨਹੀਂ ਆਉਂਦੀ ਕਿ ਸਰਦਾਰੋ
ਉਂਗਲ ਤਾਂ ਉਹ ਉਠਾਏ ਜਿਹੜਾ ਸਾਡੇ ਵਰਗਾ ਲਾਚਾਰ ਹੈ, ਬਿਲਕੁਲ ਜਿਹੜਾ ਸਮਰੱਥ ਹੈ, ਜਿਹੜਾ ਮੁੱਖ ਮੰਤਰੀ ਦੇ ਨਾਲ ਬੈਂਦਾ ਗੋਡੇ ਨਾਲ, ਸੈਕੰਡ ਇਨ ਕਮਾਂਡ ਹੈ, ਸੈਕੰਡ ਇਨ ਕਮਾਂਡ ਹੈ, ਉਹ ਕਹਿ ਰਿਹਾ ਕਿ ਉਹ ਮੈਂ- ਸ਼ਿਕਵੇ ਕਿਉਂ ਕਰੇ? ਕਹਿੰਦਾ ਮੈਂ ਹੈਰਾਨ ਆ ਕਿ ਪੁਲਿਸ ਸਮੇਤ ਸੈਣੀ ਨੂੰ ਲੱਭ ਨਹੀਂ ਰਹੀ। ਦੱਸੋ ਤਾਂ। ਇਹਦਾ ਮਤਲਬ ਇਹ ਆ, ਤੁਸੀਂ ਤੇ ਕਹਿਤਾ ਤੇ ਲੋਕ ਪ੍ਰਵਾਨ ਕਰ ਲੈਣ, ਇਹਦਾ ਮਤਲਬ। ਇਹਨਾਂ ਦੀ ਹੈਰਾਨੀ ਦੇ ਅਰਥ ਕੀ ਨੇ? ਲੇਕਿਨ ਹੁਣ ਸਵਾਲ ਇਹ ਆ ਕਿ ਇਹ ਜਿਹੜਾ ਤ੍ਰਿਪਤ ਰਜਿੰਦਰ ਬਾਜਵੇ ਦੀ ਜਿਹੜੀ ਮਜਬੂਰੀ ਹੈ, ਇਹਨੂੰ ਸਰਕਾਰ ਦੇ ਉੱਤੇ ਤਨਜ ਕਹੋ ਜਾਂ ਅਜੇ ਆਪਣੇ ਆਪ ਨੂੰ ਮਤਲਬ ਨਿਮਾਣੇ ਨਿਤਾਣੇ ਜੇ ਵੀ ਸਾਡੇ ਕੋਲ ਸਰਿਆ ਕੱਖ ਨਹੀਂ, ਅਸੀਂ ਹੱਥ ਨਹੀਂ ਪਾ ਸਕੇ। ਲੇਕਿਨ ਜਿਹੜੇ ਵੀਰ ਦਵਿੰਦਰ ਸਿੰਘ ਨੇ, ਸਾਬਕਾ ਡਿਪਟੀ ਸਪੀਕਰ ਪੰਜਾਬ ਨੇ, ਉਹ ਕਹਿੰਦੇ ਕਿ ਇਸ ਜਿਹੜੀ ਕਾਰਵਾਈ ਆ ਇਹ ਪੂਰੇ ਪੁਲਿਸ ਤੰਤਰ ਦੇ ਉੱਤੇ ਸਵਾਲ ਖੜਾ ਕਰਤਾ ਹੈ। ਇਹ ਇੱਕ Z+ ਸਿਕਿਉਰਿਟੀ ਜਿਹਦਾ ਆਪਣਾ ਵੱਖਰਾ ਪ੍ਰੋਟੋਕੋਲ ਹੈ, ਉਹਦੇ ਵਿੱਚੋਂ ਇੱਕ ਸਾਬਕਾ DGP ਨਿਕਲ ਜਾਵੇ, ਕਹਿੰਦੇ ਹੈਰਾਨੀ ਦੀ ਗੱਲ ਹੈ। ਔਰ ਜੇ ਕਿਤੇ ਇਹ DGP ਵੀ ਸੁਪਰੀਮ ਕੋਰਟ ਤੱਕ ਪੁੱਜ ਗਿਆ ਜ਼ਮਾਨਤ ਲੈਣ ਲਈ, ਤੇ ਕਹਿੰਦੇ ਕਿ ਇਹ ਤੋਂ ਵੱਡੀ ਫਿਰ ਪੁਲਿਸ ਦੀ ਨਮੋਸ਼ੀ ਕੋਈ ਨਹੀਂ, ਤੇ ਫਿਰ ਇਹ ਸਾਰੀ ਕਾਰਵਾਈ ਜਿਹੜੀ ਆ ਮੁਲਤਾਨੀ ਕੇਸ FIR ਦਰਜ ਕੀਤੀ ਹੈ ਨਾ, ਕਹਿੰਦੇ ਇਹ ਡਰਾਮਾ ਆ। ਕੈਪਟਨ ਅਮਰਿੰਦਰ ਸਿੰਘ ਨੂੰ ਕਟਹਿਰੇ 'ਚ ਘੇਰਦੇ ਰਹੇ ਆ ਸਮੇਤ ਸੈਣੀ ਆਪਣੇ ਵਕੀਲਾਂ ਰਾਹੀਂ ਅਦਾਲਤ 'ਚ ਜੀ ਕਿ ਸਰਕਾਰ ਪੋਲੀਟੀਕਲ ਵੈਂਡੇਟਾ ਕਰ ਰਹੀ, ਇਹੀ ਕਹਿੰਦੇ। ਬਿਲਕੁਲ। ਇਹ ਸ਼ਬਦ ਅੰਗਰੇਜ਼ੀ ਮੇਰੀ ਘੱਟ ਕਮਜ਼ੋਰ ਹੈ, ਸਿਆਸੀ ਬਦਲਾਖੋਰੀ। ਬਦਲਾਖੋਰੀ। ਲੇਕਿਨ ਜੇਕਰ ਸਮੇਤ ਸੈਣੀ ਨੂੰ ਰਸਤਾ ਦਿੱਤਾ ਗਿਆ ਪੁਲਿਸ ਵੱਲੋਂ, ਬਿਲਕੁਲ, ਤੇ ਸਰਕਾਰ ਤਾਂ ਕੈਪਟਨ ਅਮਰਿੰਦਰ ਇਹਦੇ ਸਿੰਘ ਤੋਂ ਦੀ ਪਹਿਲਾਂ ਨਹੀਂ ਚੱਲਦੀ। ਇਹਦੇ ਤੋਂ ਪਹਿਲਾਂ ਤੁਹਾਨੂੰ ਯਾਦ ਹੋਏਗਾ ਇੱਕ ਖੰਨਾ ਦੇ SHO ਸੰਤ ਬਲਜਿੰਦਰ ਸਿੰਘ, ਉਹਨਾਂ ਦੇ ਨਾਲ ਵੀ ਐਸਾ ਵਾਪਰਿਆ। ਜੀ। ਉਹ ਸ਼ਖਸ ਵੀ ਸੁਪਰੀਮ ਕੋਰਟ ਤੱਕ ਨੇ ਪੂਰੀ ਤਰ੍ਹਾਂ ਬੇਫਿਕਰ ਹੋ ਕੇ ਗਿਆ, ਕਿਸੇ ਨੇ ਉਹਦਾ ਰਾਹ ਨਹੀਂ ਰੋਕਿਆ। ਜੀ। ਸੁਪਰੀਮ ਕੋਰਟ 'ਚ ਜਦੋਂ ਜ਼ਮਾਨਤ ਰੱਦ ਹੋ ਗਈ ਤੇ ਫਿਰ ਉਹ ਕਿਸੇ IG ਨੇ, ਮੇਰਾ ਸ਼ਾਇਦ ਨੌ ਨਿਹਾਲ ਸਿੰਘ, ਉਹਨਾਂ ਦੇ ਅੱਗੇ ਪੇਸ਼ ਹੋਇਆ ਜਾ ਕੇ। ਸਰਦਾਰ ਜੀ, ਇੱਕ ਛੋਟੀ ਜੀ ਤਸਵੀਰ ਛਪੀ ਸਾਹਮਣੇ, ਬਿਲਕੁਲ 에ਅਰਪੋਰਟ ਤੇ ਸਪੌਟ ਹੋਈ ਕੰਗਣਾ ਰਣੌਤ। ਹਾਂ, ਬਿਲਕੁਲ। ਉਹਨੂੰ Z+ ਤੋਂ ਕਾਫੀ ਥੱਲੇ, Y+ ਸਿਕਿਉਰਿਟੀ, Z+ ਤੋਂ ਕਾਫੀ ਥੱਲੇ ਦੀ ਸਿਕਿਉਰਿਟੀ Y ਮਿਲੀ, ਸਿਕਿਉਰਿਟੀ ਹੈ ਉਹਦੀ। ਔਰ ਉਸ ਬੀਬੀ ਨੂੰ ਉਹਦਾ ਜੀ। ਝੋਲਾ ਜਿਹਾ ਹੀ ਪੈਂਦਾ, ਬਾਕੀ ਸਿਕਿਉਰਿਟੀ ਦੇਖਦੀ ਹੈ। ਜੀ 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 ਚਾਰ ਜੀ। ਛਪੇਰੇ ਸਿਕਿਉਰਿਟੀ ਦਾ ਘੇਰਾ ਐਵੇਂ ਦਾ ਜੀ। ਕਿ ਕੰਗਣਾ ਰਣੌਤ ਦੀ ਫੋਟੋ ਬਹੁਤ ਮੱਧਮ ਜੀ ਨਜ਼ਰ ਆਉਂਦੀ ਆ, ਜ਼ਿਆਦਾ ਸਿਕਿਉਰਿਟੀ ਦੀ ਫੋਟੋ ਨਜ਼ਰ ਆਉਂਦੀ। ਜੀ ਜੀ। ਤੇ ਜੇ ਇਹਦੇ ਨਾਲੋਂ ਵੀ 2 ਸਟੈਪ ਅੱਗੇ ਸੁਮੇਧ ਸਿੰਘ ਸੈਣੀ ਕੋਲ ਸਿਕਿਉਰਿਟੀ ਸੀ, ਤੇ ਉਸ ਘੇਰੇ ਨੂੰ ਉਲੰਘਣਾ। ਦੇਖੋ ਜਿਹੜੀ Z+ ਸ਼ੱਕ ਚ। ਸਿਕਿਉਰਿਟੀ ਆ, 3 ਲੇਅਰ ਸਿਕਿਉਰਿਟੀ ਆ, ਕਿ ਪਹਿਲਾਂ ਸਾਰਾ ਇਲਾਕਾ ਸੀਲ ਹੈ, ਜੀ। ਫਿਰ ਉਹਦੇ ਅੰਦਰ ਇੰਟਰਨਲ ਲੇਅਰ ਹੈ ਪੁਲਿਸ ਦੀ, ਉਸ ਦੇ ਅੰਦਰ ਫਿਰ ਆਪਣਾ ਕਮਾਂਡੋਸ ਦੀ ਲੇਅਰ ਹੈ ਜੀ। ਔਰ ਉਹਦੇ ਅੰਦਰ ਜਿਹੜੇ ਅੰਦਰ ਲੇਅਰ ਆ ਫਿਰ ਇੱਕ ਹੋਰ ਆ ਜਾਂਦੀ ਹੈ, ਉਹਦੇ ਵਿੱਚ ਸਾਰੇ ਉਹੀ ਲੋਕ ਨੇ ਜਿਹੜੇ ਅਗਾਂਹ ਵੱਧ ਸਕਦੇ ਨੇ, ਜਿਨ੍ਹਾਂ ਤੋਂ ਇਲਾਵਾ ਕੋਈ ਅਗਾਂਹ ਨਹੀਂ ਜਾ ਸਕਦਾ। ਹੁਣ ਸ਼ੱਕ ਸਿਰਫ ਤੇ ਸਿਰਫ ਸਿਸਟਮ ਤੇ ਹੀ ਆ ਸਕਦਾ ਹੈ ਕਿ ਅਸੀਂ ਜੇਕਰ ਮਾਣਯੋਗ ਸੁਪਰੀਮ ਕੋਰਟ ਤੱਕ ਕਿਸੇ ਨੂੰ ਭੱਜਣ ਦਿੰਦੇ ਆ, ਹਾਂ, ਹਾਲਾਂਕਿ ਉਹਦਾ ਬੁਨਿਆਦੀ ਹੱਕ ਆ ਕਿ ਉਹ ਉੱਪਰਲੀ ਅਦਾਲਤ ਤੱਕ ਜਾਵੇ, ਲੇਕਿਨ ਛੁਪ ਕੇ ਨਾ ਜਾਵੇ। ਪਹਿਲਾਂ ਤਾਂ ਟ੍ਰਾਇਲ ਫੇਸ ਕਰੇ, ਬਿਲਕੁਲ। ਪਹਿਲਾਂ ਤਾਂ ਇੰਟਰੋਗੇਸ਼ਨ ਫੇਸ ਕਰੇ, ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਫੇਸ ਕਰੇ। ਇੰਟਰੋਗੇਸ਼ਨ ਨਹੀਂ, ਇਨਵੈਸਟੀਗੇਸ਼ਨ। ਮੈਂ ਮਾਫੀ ਚਾਹੁੰਦਾ। ਇੰਟਰੋਗੇਸ਼ਨ ਤੇ ਮਾੜੇ ਮੋਟੇ ਲੋਕਾਂ ਦੇ ਇੱਥੇ ਆਉਂਦੀ ਹੈ। ਇੰਟਰੋਗੇਸ਼ਨ ਤੇ ਉਹ ਨਾ ਵੀ ਜਿਹੜੀ ਸੜਕ ਤੇ ਵੀ ਹੋ ਜਾਂਦੀ ਹੈ, ਇਧਰੋਂ ਲੱਫੜ ਮਾਰਿਆ, ਹਾਂ, ਚੱਲ ਮਾਮਾ ਲੱਗਦਾ ਬਿਲਕੁਲ। ਹੈ ਨਾ, ਇਹੀ ਗੱਲ ਆ। ਬਿਲਕੁਲ ਸਹੀ ਤੇ ਗੱਲ। ਲੇਕਿਨ ਇਨਵੈਸਟੀਗੇਸ਼ਨ ਜੁਆਇਨ ਕਰਨ ਤੋਂ ਬਾਅਦ ਆਪਣੇ ਹੱਕ ਵਰਤਣ ਦਾ ਹੱਕ ਰਾਖਵਾ ਹੁੰਦਾ ਹੈ ਕਿ ਤੁਸੀਂ ਜਾਓ ਮਾਣਯੋਗ ਸੁਪਰੀਮ ਕੋਰਟ ਤੱਕ ਕਿ ਮੇਰੇ ਨਾਲ ਜ਼ਿਆਦਤੀ ਹੋ ਰਹੀ ਹੈ। ਲੇਕਿਨ ਜੇ 302 ਦੀ ਧਾਰਾ ਹੋਵੇ, ਹਾਂ, ਤੇ ਹਾਈ ਕੋਰਟ ਦੇ ਮਾਣਯੋਗ ਜੱਜ ਵੀ ਪਹਿਲੇ ਹੱਲੇ ਹੀ ਕਹਿਣ ਨਹੀਂ, ਖਾਰਜ, ਬਿਲਕੁਲ। ਤੇ ਫਿਰ ਜੇਕਰ ਅਸੀਂ ਰਾਹ ਰਸਤੇ ਦੇ ਦਿੰਨੇ ਆ, ਸਾਡੇ ਤੇ ਹਰਫ ਤਾਂ ਆਊਗਾ, ਹਰਫ ਕਦੋਂ ਤੱਕ ਹੈ ਦੇਖਣਾ ਬਣਦਾ ਹੈ। ਲੇਕਿਨ ਅਗਲਾ ਸਵਾਲ, ਮੇਰੇ ਕੋਲ ਇੱਕ ਬੜੀ ਪੁਖਤਾ ਜਾਣਕਾਰੀ ਸੀ, ਬੜੀ ਪੁਖਤਾ, ਇੱਕ ਬਹੁਤ ਭਰੋਸੇਯੋਗ ਸਰੋਤ ਤੋਂ ਹੈ ਜੀ, ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੜੇ ਪਰੇਸ਼ਾਨ ਨੇ ਇਹਨੇ ਦਿਨੀ। ਪੁੱਛਿਆ ਨਹੀਂ ਤੇ ਕਿਉਂ? ਨਹੀਂ, ਮੈਂ ਤੁਹਾਡੇ ਵੱਲ ਦੇਖ ਰਿਹਾ ਕਿ ਆਖਰ ਸੁਖਬੀਰ ਸਿੰਘ ਬਾਦਲ ਨੂੰ ਕੋਈ ਫਿਕਰ ਫਾਕਾ ਤੇ ਨਹੀਂ ਹੈ। ਕਿਸ ਚੀਜ਼ ਦਾ ਫਿਕਰ ਫਾਕਾ ਤੇ ਉਹਨੂੰ ਹੋਵੇ ਜਿਹਨੂੰ ਆ ਲਾਕਡਾਊਨ ਕਰਕੇ ਜਿਹਦੀਆਂ 2-3 ਮਹੀਨੇ ਦੁਕਾਨਾਂ ਨਹੀਂ ਖੁੱਲੀਆਂ, ਜਿਹਨੂੰ ਰੋਜ਼ਗਾਰ ਨਹੀਂ ਮਿਲਿਆ, ਜਿਹਨੂੰ ਰੋਟੀ ਦੀ ਪਈ ਹੋਵੇ। ਨਹੀਂ, ਕਾਰੋਬਾਰੀ ਤੇ ਉਹ ਵੀ ਨੇ, ਹੋ ਸਕਦਾ ਘਾਟੇ ਉਧਰ ਵੀ ਪਏ ਹੋਣ, ਨਹੀਂ, ਲੇਕਿਨ ਜਿਹੜੇ ਫਿਕਰ ਦੀ ਮੈਂ ਗੱਲ ਕਰਦਾ,
ਅੱਛਾ ਇਦਾਂ ਕਹੋ ਨਾ, ਸਿਆਸੀ ਫਿਕਰ ਕਹੋ ਫਿਰ। ਮੈਂ ਸਿਆਸੀ ਫਿਕਰ ਦੀ ਗੱਲ ਕਰਦਾ ਹਾਂ ਕਿ ਉਹਨਾਂ ਨੇ ਕਿਸੇ ਬਹੁਤ ਆਪਣੇ ਘੇਰੇ ਦੇ ਵਿੱਚ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪਾਵਨ ਸਰੂਪਾਂ ਨੂੰ ਲੈ ਕੇ ਵਾਪਰਦੀਆਂ ਘਟਨਾਵਾਂ ਜੀ ਸਖਤ ਤੋਂ ਸਖਤ ਇਹਦੇ ਵਿੱਚ ਐਕਸ਼ਨ ਲਓ ਜੀ ਜੀ ਔਰ ਇਸ ਮਾਮਲੇ ਦੇ ਵਿੱਚ ਕੋਈ ਲਿਹਾਜ਼ ਕਰਨ ਦੀ ਲੋੜ ਨਹੀਂ। ਹੁਣ ਇਹਦੇ ਦੋ ਅਰਥ ਨੇ, ਇਹਨੂੰ ਸੁਖਬੀਰ ਸਿੰਘ ਬਾਦਲ ਦੀ ਐਡਵੋਕੇਸੀ ਦੇ ਰੂਪ ਚ ਨਾ ਕਿਉਂ, ਇਹ ਸਾਡੇ ਕੋਲ ਪੁਖਤਾ ਸਰੋਤ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਨੇੜਲਿਆਂ ਨਾਲ ਇਹ ਫਿਕਰ ਜ਼ਾਹਰ ਕੀਤਾ ਹੈ ਕਿ ਅਸੀਂ ਇਸ ਮਾਮਲੇ 'ਚ ਸਖਤ ਤੋਂ ਸਖਤ ਕਾਰਵਾਈ ਕੀ ਕਰ ਸਕਦੇ ਹਾਂ ਔਰ ਇਹ ਸਖਤ ਤੋਂ ਸਖਤ ਕਾਰਵਾਈ ਉਹ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਵਜੋਂ ਨਹੀਂ, ਬਤੌਰ ਅਕਾਲੀ ਪ੍ਰਧਾਨ ਉਹਨਾਂ ਨੇ ਆਪਣੇ ਸਿਆਸੀ ਹਲਕਿਆਂ 'ਚ ਗੱਲ ਕੀਤੀ ਹੈ ਕਿ ਕੀ ਇਹਦੇ ਸਿਆਸੀ ਤੌਰ ਤੇ ਵੀ ਕੋਈ ਫੈਸਲੇ ਲੈਣ ਦੀ ਲੋੜ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਆ ਉਹ ਅਕਾਲੀ ਦਲ ਵੱਲੋਂ ਆਉਣ। ਬਿਲਕੁਲ। ਦੂਜੀ ਗੱਲ, ਇਹ ਗੱਲ ਵੀ ਉਹਨਾਂ ਦੇ ਜਿਹੜੀ ਨਿਕਲ ਕੇ ਬਾਹਰ ਆਈ ਆ ਕਿ ਜਿਹੜੀ ਸ਼੍ਰੋਮਣੀ ਕਮੇਟੀ ਦਾ ਫੈਸਲਾ ਕਿ ਪੁਲਿਸ ਕੋਲ ਨਾ ਜਾ ਕੇ ਆਪ ਜਾਂਚ ਕੀਤੀ ਜਾਵੇ, ਇਹ ਜਾਂਚ ਦੇ ਵਿੱਚ ਕੋਈ ਲਿਹਾਜ਼ ਨਾ ਹੋਵੇ ਜੀ, ਇਸ ਜਾਂਚ ਦੇ ਵਿੱਚ ਕਿਸੇ ਵੀ ਅਧਿਕਾਰੀ ਜਾਂ ਜ਼ਿੰਮੇਵਾਰ ਜਾਂ ਮੁਲਾਜ਼ਮ ਨਾਲ ਕੋਈ ਸਿਆਸੀ ਬੰਦਾ ਆ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੇ ਔਰ ਜਿਹੜੇ ਫੈਸਲੇ ਨੇ ਉਹ ਬੜੇ ਫੇਅਰ ਹੋਣ, ਇਹਦੇ ਉੱਤੇ ਉਹਨਾਂ ਦਾ ਸਾਰਾ ਜ਼ੋਰ ਲੱਗਿਆ, ਇਹ ਪਤਾ ਲੱਗਿਆ। ਲੇਕਿਨ ਵੱਡਾ ਸਵਾਲ ਇਹ ਆ ਕਿ ਆਖਿਰ ਤੌਰ ਤਰੀਕੇ ਕੀ ਹੋ ਸਕਦੇ, ਤੌਰ ਤਰੀਕੇ ਕੀ ਹੋ ਸਕਦੇ ਆ ਕਿ ਜਦੋਂ ਇੰਨਾ ਘਟਨਾਕ੍ਰਮ ਵਾਪਰਦਾ ਹੈ ਤੇ ਫਿਰ ਜਿਹੜੇ ਜ਼ਿੰਮੇਵਾਰ ਅਹੁਦਿਆਂ ਤੇ ਲਾਏ ਹੋਏ ਅਧਿਕਾਰੀ ਨੇ, ਪ੍ਰਬੰਧਕ ਨੇ, ਉਹਨਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਤੇ ਦੂਜੀ ਗੱਲ ਉਹਨਾਂ ਨੂੰ ਲਾਉਣ ਲੱਗਿਆ ਉਹਨਾਂ ਦੀ ਕੈਪੈਸਿਟੀ ਦੇਖਣੀ, ਉਹ ਵੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਆਸੀ ਬੌਸ ਜਿਹੜੇ ਆ ਚੁਣੇ ਹੋਏ, ਉਹਨਾਂ ਦੀ ਜ਼ਿੰਮੇਵਾਰੀ ਸੀ। ਕਮੀ ਤਾਂ ਉੱਥੇ ਵੀ ਰਹੀ ਆ। ਦੇਖੋ ਗੱਲ ਇਹ ਆ ਕਿ ਹੁਣ ਜਦੋਂ ਪਾਣੀ ਸਿਰ ਤੋਂ ਲੰਘ ਚੁੱਕਾ ਜੀ, ਹੁਣ ਤੁਹਾਨੂੰ ਯਾਦ ਆ ਰਿਹਾ ਕਿ ਅਸੀਂ ਕੁਝ ਸਖਤ ਫੈਸਲੇ ਲੈਣੇ ਆ ਜੀ। ਜਦੋਂ ਪਿਛਲੇ ਡੇਢ ਦਹਾਕੇ ਤੋਂ ਖਾਸ ਕਰਕੇ ਹਰ ਬੰਦਾ ਆਵਾਜ਼ ਦੇ ਰਿਹਾ ਕਿ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਹੋ ਰਿਹਾ ਜੀ, ਹੋ ਚੁੱਕਾ, ਹੇਠਾਂ ਤੋਂ ਲੈ ਕੇ ਉੱਪਰ ਤੱਕ ਉਹੀ ਲੋਕ ਸੱਤਾ 'ਚ ਕਾਬਜ਼ ਨੇ ਜੀ ਜਿਨ੍ਹਾਂ ਦੇ ਕੋਲ ਕੋਈ ਸਿਆਸੀ ਤਾਕਤ ਹੈ। ਬਿਲਕੁਲ। ਔਰ ਸ਼ਰੇਆਮ ਇਹ ਸਿਆਸੀ ਤਾਕਤ ਨੂੰ ਚਿਤਾਰਿਆ ਜਾਂਦਾ ਹੈ। ਬਹੁਤ ਸਾਰੇ ਲੋਕ ਨੇ, ਕੋਈ ਇੱਕ ਨਹੀਂ ਜੀ। ਲੇਕਿਨ ਇਸ ਸਮੁੱਚੇ ਮਾਮਲੇ ਦੇ ਵਿੱਚ ਜਿਹੜਾ ਇਸ ਵੇਲੇ ਦਰਦ ਜਾਂ ਜਿਹੜਾ ਖੌਫ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਆ, ਉਹ ਇਹ ਆ ਕਿ ਅਜੇ ਤੱਕ ਉਹ 2015 ਦੀ ਬੇਅਦਬੀ ਦੇ ਵਿੱਚ ਇੱਕ ਸਿਆਸੀ ਪਾਰਟੀ ਹੋਣ ਦੇ ਨਾਤੇ ਔਰ ਇੱਕ ਸੂਬੇ ਦੇ ਸ਼ਾਸਕ ਹੋਣ ਦੇ ਨਾਤੇ ਅਜੇ ਤੱਕ ਬਰੀ ਨਹੀਂ ਹੋ ਸਕੇ ਔਰ ਇਹ ਲਗਾਤਾਰ 2017 ਤੋਂ ਅੱਜ ਤੱਕ ਇਹ ਸੰਤਾਪ ਹੰਡਾਉਣਾ ਪੈ ਰਿਹਾ। 2017 ਤੋਂ ਲੈ ਕੇ ਹੁਣ ਤੱਕ ਉਹ ਸੰਤਾਪ ਹੰਡਾ ਰਹੇ ਆ। ਲੇਕਿਨ ਜਿਹੜੇ ਲੋਕ ਇੱਥੇ ਲਾਏ ਗਏ ਨੇ ਜੀ ਇਸ ਵੇਲੇ, ਚਾਹੇ 2015 ਚਾਹੇ 2016 ਦੀ ਗੱਲ ਕਰੋ, ਅਵਤਾਰ ਸਿੰਘ ਮੱਕੜ ਇਹਦੇ ਟਾਈਮ ਤੇ ਆਉਂਦੇ ਨੇ, ਜਦੋਂ ਸਾਹਿਬ ਸੁਖਬੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ ਬਾਦਲ ਬਣਦੇ ਨੇ 2000 ਜੀ, ਉਸ ਤੋਂ ਬਾਅਦ ਸਾਰੇ ਆਉਂਦੇ ਨੇ। ਲੇਕਿਨ ਸਭ ਤੋਂ ਵੱਡਾ ਤੇ ਅਹਿਮ ਫਰਜ਼ ਇਹੋ ਹੀ ਬਣਦਾ ਕਿ ਹੁਣ ਸਜ਼ਾ ਦੇਵੇ ਤੇ ਦੇਵੇ ਕੌਣ। ਨਹੀਂ, ਗੱਲ ਤਾਂ ਸਰ ਜੀ ਇਹ ਦੇਖੋ ਇਹਦੇ ਦੋ ਵੱਡੇ ਪਹਿਲੂ ਆ, ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਪੰਥਕ ਮਸਲਿਆਂ ਨੂੰ। ਇੱਕ ਆ ਇਹਦਾ ਸਿਆਸੀ ਤੇ ਦੂਜਾ ਪ੍ਰਬੰਧਕੀ ਜੀ। ਜਦੋਂ ਸਿਆਸੀ ਮਸਲਿਆਂ ਦੀ ਗੱਲ ਆਉਂਦੀ ਆ ਉਦੋਂ ਫੈਸਲੇ ਲੈਣੇ ਹੁੰਦੇ ਆ ਜਿਹੜੇ ਸਿਆਸੀ ਤੌਰ ਤੇ ਨਾਮਜ਼ਦ ਕੀਤੇ ਆ ਜੀ, ਚੁਣੇ ਹੋਏ ਬੰਦੇ। ਬਿਲਕੁਲ। ਉਹਨਾਂ ਦੇ ਵਿੱਚ ਜਿਹੜੇ ਪਹਿਲੇ ਚੁਣੇ ਹੋਏ ਸੀਗੇ ਉਸ ਮੌਕੇ ਤੇ, ਜਿਨ੍ਹਾਂ ਨੇ 18 ਤਰੀਕ ਨੂੰ ਪੇਸ਼ ਹੋਣਾ, ਹੁਣ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਐਗਜ਼ੈਕਟਿਵ ਬਾਡੀ ਨੇ ਕਹਿਤਾ ਵੀ ਅਸੀਂ ਸਾਰੇ ਗਲ 'ਚ ਪੱਲਾ ਪਾ ਕੇ ਜਾਵਾਂਗੇ, ਪ੍ਰਾਸ਼ਚਿਤ ਕਰਾਂਗੇ। ਲੇਕਿਨ ਉਹ ਜਿਹੜੇ ਸਿਆਸੀ ਮਸਲੇ ਆ ਉਹਨਾਂ ਨੂੰ ਤੁਸੀਂ ਕਿਵੇਂ ਐਡਰੈਸ ਕਰੋਗੇ? ਇੱਕ ਤਾਂ ਇਹ ਆ ਕਿ ਸਿਆਸੀ ਤੌਰ ਤੇ ਸਿਆਸੀ ਬੌਸ ਹੁੰਦੇ ਆ, ਤੁਸੀਂ ਕੋਈ ਸਿਆਸੀ ਫੈਸਲਾ ਵੀ ਲੈਂਦੇ ਹੋ, ਕਿਸੇ ਨੂੰ ਸਟੈਪ ਡਾਊਨ ਕਰ ਦਿਓ, ਕਿਸੇ ਇੱਕ ਬੰਦੇ ਨੂੰ ਤੁਸੀਂ ਅਹੁਦੇ ਤੋਂ ਪਾਸੇ ਹੋਣ ਲਈ ਕਹਿੰਦੇ ਹੋ, ਜਾਂ ਤੁਸੀਂ ਪ੍ਰਬੰਧਕੀ ਨੁਕਤਾ ਨਜ਼ਰ ਤੋਂ ਆਪਣੇ ਸ਼੍ਰੋਮਣੀ ਕਮੇਟੀ 'ਚ ਚੁਣੇ ਹੋਏ ਬੰਦਿਆਂ ਨੂੰ ਕਹਿੰਦੇ ਹੋ, ਜਿਵੇਂ ਹਰਜਿੰਦਰ ਸਿੰਘ ਧਾਮੀ ਜਨਰਲ ਸਕੱਤਰ ਜੀ, ਉਹਨਾਂ ਵਾਲੀ ਕਮੇਟੀ ਹੁਣ ਤੱਕ ਜਿੰਨੇ ਉਪਲਬਧ ਡਾਕੂਮੈਂਟਸ ਆ, ਜਿੰਨੇ ਦਸਤਾਵੇਜ਼, ਭਾਵੇਂ ਭਾਈ ਈਸ਼ਰ ਸਿੰਘ ਦੀ ਕਮੇਟੀ ਆ, ਭਾਵੇਂ ਜਿਹੜੀ ਵਿਜੇ ਸਿੰਘ ਵਾਲੀ ਸੀ, ਭਾਵੇਂ ਗੁਰਬਚਨ ਸਿੰਘ ਨੇ ਜਾਂਚ ਕੀਤੀ, ਭਾਵੇਂ ਫਲਾਈਂਗ ਸਕੁਐਡ ਨੇ ਕੀਤੀ, ਸੋ ਉਹ ਸਾਰੀਆਂ ਜਾਂਚਾਂ ਤੇ ਸਾਰੇ ਉਪਲਬਧ
ਅੰਕੜੇ ਤੇ ਦਸਤਾਵੇਜ਼ ਉਹਨਾਂ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਸਜ਼ਾਵਾਂ ਨਿਰਧਾਰਤ ਕਿਉਂ ਨਾ ਕਰੇ। ਜੇ ਤੁਸੀਂ ਕਿਸੇ ਵੀ ਮੁਲਾਜ਼ਮ ਲਈ ਕੁਝ ਨਿਰਧਾਰਤ ਕਰਨਾ ਹੈ, ਦੋ ਪੱਖ ਆ, ਇੱਕ ਤੁਸੀਂ ਪ੍ਰਬੰਧਕੀ ਉਹਨੂੰ ਸਜ਼ਾ ਲਾ ਸਕਦੇ ਹੋ, ਦੂਜੀ ਕੌਮੀ ਨਜ਼ਰੀਏ ਤੋਂ ਤੁਸੀਂ ਅਕਾਲ ਤਖਤ ਸਾਹਿਬ ਨੂੰ ਭੇਜ ਸਕਦੇ ਹੋ ਕਿ ਅਸੀਂ ਪ੍ਰਬੰਧਕੀ ਤੌਰ ਤੇ ਕਿਸੇ ਮੁਲਾਜ਼ਮ ਦੀ ਗਲਤੀ ਦਾ ਉਹਨੂੰ ਇਹ ਜ਼ਿੰਮੇਵਾਰੀ ਫਿਕਸ ਕਰਕੇ ਇਹ ਸਜ਼ਾ ਲਾ ਚੁੱਕੇ ਹਾਂ। ਲੇਕਿਨ ਇਹਦੇ ਨਾਲ ਜਿਹੜੇ ਸਿਆਸੀ ਲੋਕ ਸ਼੍ਰੋਮਣੀ ਕਮੇਟੀ 2016 ਤੋਂ ਚੱਲੇ ਆਏ ਜੀ, ਜਿਨ੍ਹਾਂ ਨੇ ਐਸੇ ਲੋਕਾਂ ਨੂੰ ਬਚਾਇਆ ਜੀ, ਕਿਉਂਕਿ ਜਿਹੜੀ ਜਾਂਚ ਕਮੇਟੀ ਦੀ ਰਿਪੋਰਟ ਅਜੇ ਤੱਕ ਮੇਰੇ ਸਾਹਮਣੇ ਆਈ ਆ ਜੀ, ਕਿਉਂਕਿ ਅਜੇ ਵੀ ਅਸੀਂ ਆਪਣੇ ਤੌਰ ਦੇ ਉੱਤੇ ਵੇਖਦੇ ਪਏ, ਸਾਰਿਆਂ ਨੂੰ ਮਿਲ ਰਹੇ ਹਾਂ। ਜਿਹੜੇ ਸਿਆਸੀ ਬੰਦਿਆਂ ਨੇ ਇੱਕ ਬੜਾ ਅਹਿਮ ਨੁਕਤਾ ਹੈ, ਉਹ ਕਹਿੰਦੇ ਕਿ ਜਦੋਂ 2018 ਚ ਸਪਸ਼ਟ ਹੋ ਗਿਆ ਸੀ ਜੀ ਕਿ ਪੈਸੇ ਤੇ ਜਿਹੜੇ ਪੈਸੇ 9,82,000 ਰੁਪਈਆ ਜਿਹੜਾ ਬਾਜ ਸਿੰਘ ਦੇ ਲਿਆ ਕੇ ਆਪਣਾ ਬਕਾਇਦਾ ਡੁੱਚਾਂ ਸਮੇਤ ਆਪਣੇ ਸੁਪਰਵਾਈਜ਼ਰ ਨੂੰ ਦੇ ਦਿੱਤਾ, ਉਹ ਪੈਸਾ ਤੇ ਵਰਤਿਆ ਕਵਲਜੀਤ ਸਿੰਘ ਨੇ ਜੀ। ਤੇ ਫਿਰ ਉਹਦੇ ਤੋਂ ਬਾਅਦ ਦੋਨਾਂ ਨੂੰ ਨੌਕਰੀ 'ਚ ਵੀ ਰੱਖਿਆ ਗਿਆ। ਆਖਰ ਉਹ ਫੈਸਲਾ ਲੈਣ ਵਾਲੇ ਕੌਣ ਸੀ? ਬਿਲਕੁਲ, ਕਿ ਜਦੋਂ ਇਸ ਤਰ੍ਹਾਂ ਦੀ ਊਣਤਾਈ ਵੱਡੀ 10 ਲੱਖ ਦੀ ਸਾਹਮਣੇ ਆ ਗਈ, ਹਾਂ, ਉਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਇਹਨਾਂ ਜ਼ਿੰਮੇਵਾਰ ਅਹੁਦਿਆਂ ਤੇ ਕਿੰਨੇ ਸਰਪ੍ਰਸਤੀ ਦਿੱਤੀ, ਕਿੰਨੇ ਕਾਰਵਾਈ ਨਹੀਂ ਹੋਣ ਦਿੱਤੀ। ਪਹਿਲੀ ਗੱਲ ਤਾਂ ਕਿੰਨੇ ਜਾਂਚ ਤੋਂ ਬਾਅਦ ਇਹਨਾਂ ਦੇ ਸਮਝੌਤੇ ਕਰਾਏ, ਪੈਸੇ ਜਮ੍ਹਾਂ ਕਰਾਏ। ਬਿਲਕੁਲ। ਦੂਜੀ ਗੱਲ, ਉਸ ਤੋਂ ਬਾਅਦ ਇਹਨਾਂ ਤੇ ਐਕਸ਼ਨ ਕੀ ਹੋਇਆ, ਉਸ ਮੌਕੇ ਅਧਿਕਾਰੀ ਕੌਣ ਸੀ? ਅਜੇ 6% ਵਿਆਜ 9,82,000 ਦਾ ਜਮ੍ਹਾਂ ਹੋਣਾ ਖਾਤਿਆਂ 'ਚ ਬਾਕੀ ਹੈ ਜੀ। ਜੇ ਸੁਖਬੀਰ ਸਿੰਘ ਬਾਦਲ ਵਾਕਿਆ ਸਿੰਸੀਅਰ ਨੇ ਤੇ ਜੇ ਉਹ ਮਹਿਸੂਸ ਕਰਦੇ ਨੇ ਕਿ ਹਰਜਿੰਦਰ ਸਿੰਘ ਧਾਮੀ ਬਹੁਤ ਜ਼ਿਆਦਾ ਸੁਲਝੇ ਹੋਏ ਨੇ ਤੇ ਘੱਟੋ ਘੱਟ 3-4 ਫੈਸਲੇ ਐਸੇ ਨੇ ਜਿਹੜੇ ਫੈਸਲੇ ਜਿਹੜੇ ਨੇ ਉਹ ਘੱਟੋ ਘੱਟ ਮੰਗਾ ਕੇ ਜੇ ਦੋਸ਼ ਉਹਨਾਂ ਤੇ ਲੱਗਦੇ ਨੇ ਕਿ ਸ਼੍ਰੋਮਣੀ ਕਮੇਟੀ ਦਖਲ ਦਿੰਦੇ ਨੇ, ਜੀ, ਇੱਕ ਵਾਰੀ ਆਪ ਕਹਿ ਦੇਣ ਕਿ ਭਾਈ ਆ ਸਾਰੀਆਂ ਜਿਹੜੀਆਂ ਤੁਹਾਡੇ ਫੈਸਲੇ ਨੇ ਜਾਂਚਾਂ ਕੀਤੀਆਂ ਜੇ, ਚਾਹੇ ਫਲਾਈਂਸ ਗਾਰਡ ਦੀ ਹੈ, ਚਾਹੇ ਚੀਫ ਗੁਰਦੁਆਰਾ ਇੰਸਪੈਕਟਰ ਦੀ ਹੈ, ਤੇ ਚਾਹੇ ਕਿਸੇ ਹੋਰ ਦੀ, ਲਿਆ ਕੇ ਮੇਰੇ ਸਾਹਮਣੇ ਤੇ ਰੱਖੋ, ਪਤਾ ਲੱਗੇ ਕਿਹੜੇ ਸਕੱਤਰ ਨੇ ਜਾਂਚ ਕਿੱਧਰ ਭੇਜੀ, ਕਿਹੜੀ ਐਗਜ਼ੈਕਟਰ ਨੇ ਫੈਸਲਾ ਲਿਆ ਇਹਨਾਂ ਲੋਕਾਂ ਨੂੰ ਬਚਾਉਣ ਲਈ। ਸਰਦਾਰ ਸਾਹਿਬ 18 ਤਰੀਕ ਨੂੰ ਸਿੰਘ ਸਾਹਿਬ ਦੇ ਸਾਹਮਣੇ ਇੱਕ ਵਾਰੀ ਫਿਰ ਇਹ ਮਸਲਾ ਜਾਣਾ ਹੈ ਜੀ ਕਿ 18 ਤੋਂ ਪਹਿਲਾਂ ਜਿਹੜੀ ਧਾਮੀ ਵਾਲੀ ਕਮੇਟੀ ਹੈ ਜੀ, ਉਹਦੇ ਫੈਸਲੇ ਨਹੀਂ ਸੀ ਆਉਣੇ ਚਾਹੀਦੇ। ਬਿਲਕੁਲ। ਉਹ ਉਦੋਂ ਤੱਕ ਉਹਨਾਂ ਨੂੰ ਆਪਣੀ ਕਾਰਵਾਈ ਪਾਉਣੀ ਚਾਹੀਦੀ ਸੀ, ਔਰ ਫਿਰ ਉਹਨਾਂ ਨੂੰ ਜਿਹੜੀ ਪ੍ਰਬੰਧਕੀ ਕਾਰਵਾਈ ਕਰਨ ਤੋਂ ਬਾਅਦ ਜ਼ਿੰਮੇਵਾਰ ਅਧਿਕਾਰੀਆਂ ਮੁਲਾਜ਼ਮਾਂ ਤੇ ਕਾਰਵਾਈ ਕਰਨ ਤੋਂ ਬਾਅਦ ਕੌਮ ਦੇ ਮਸਲੇ ਵਜੋਂ ਇਸ ਮਸਲੇ ਨੂੰ ਅਕਾਲ ਤਖਤ ਸਾਹਿਬ ਨੂੰ ਭੇਜਣਾ ਬਣਦਾ ਸੀ ਕਿ ਜੇਕਰ ਦੇਖੋ ਸਰਦਾਰ ਸਾਹਿਬ, ਜਿਹੜੇ ਲੋਕ ਟਰਮੀਨੇਟ ਹੋ ਗਏ, ਜਿਨ੍ਹਾਂ ਨੂੰ ਤੁਸੀਂ ਫਾਰਗ ਕਰਤਾ, ਉਹਨਾਂ ਦੀ ਵੱਧ ਤੋਂ ਵੱਧ ਸਜ਼ਾ ਕੀ ਹੈ? ਤੁਸੀਂ ਉਹਨਾਂ ਦੇ ਬਣਦੇ ਜਿਹੜੇ ਫੰਡ ਪਏ ਹੋਣਗੇ ਰੋਕ ਲੋਗੇ, ਇਹੀ ਹੋ ਸਕਦਾ। ਲੇਕਿਨ ਸਵਾਲ ਇਹ ਆ ਕਿ ਜਦੋਂ ਫੈਸਲਾ ਸਾਧ ਸੁਖਬੀਰ ਸਿੰਘ ਬਾਦਲ ਇੱਧਰ ਉੱਧਰ ਕਿਉਂ ਵੇਖ ਰਿਹਾ, ਇੱਕ ਫੈਸਲਾ ਸ਼ਾਇਦ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਉਹ ਵੇਖ ਹੀ ਨਹੀਂ ਰਹੇ ਕਿ ਜਦੋਂ 5 ਸਤੰਬਰ ਨੂੰ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਵਾਲੀ ਐਗਜ਼ੈਕਟਿਵ ਇਹ ਫੈਸਲਾ ਕਰਦੀ ਹੈ ਕਿ ਅਸੀਂ ਵੀ ਗਲ 'ਚ ਪਰਲਾ ਪਾ ਕੇ ਪਛਤਾਪ ਕਰਾਂਗੇ, ਬੜਾ ਸਾਫ਼ ਹੈ ਕਿ 2016 ਵਾਲੀ ਐਗਜ਼ੈਕਟਿਵ ਨੂੰ ਜਥੇਦਾਰ ਸਾਹਿਬ ਕਹਿੰਦੇ ਸਪਸ਼ਟੀਕਰਨ ਦਿਓ। ਬਿਲਕੁਲ। ਲੇਕਿਨ ਇਹ ਐਗਜ਼ੈਕਟਿਵ ਜਿਹੜੀ ਆ ਆਪਣਾ ਗੁਨਾਹ ਪ੍ਰਵਾਨ ਕਰ ਰਹੀ ਹੈ ਕਿ ਹਾਂ ਸਾਡੇ ਕਾਰਜਕਾਲ ਦੌਰਾਨ ਇਹ ਸਭ ਕੁਝ ਵਾਪਰਿਆ ਔਰ ਇਹਦੇ ਕਾਰਨ ਨਮੋਸ਼ੀ ਉਠਾਉਣੀ ਪਈ ਸ਼੍ਰੋਮਣੀ ਕਮੇਟੀ ਨੂੰ ਪਲੱਸ ਪਾਰਟੀ ਨੂੰ। ਬਿਲਕੁਲ ਠੀਕ ਹੈ, ਔਰ ਇਹ ਵੱਡਾ ਸਵਾਲ ਹੈ। ਸਰਦਾਰ ਸਾਹਿਬ ਨੇ ਤੇ ਜਜ਼ਬਾਤੀ ਰੌਂਚ ਕਹਿ ਹੀ ਦਿੱਤਾ ਹੈ, ਲੇਕਿਨ ਮੈਨੂੰ ਇੰਜ ਲੱਗਦਾ ਹੈ ਕਿ ਜਿਹੜੇ ਵੀ ਕਰਮਚਾਰੀ ਜਾਂ ਜਿਨ੍ਹਾਂ ਨੂੰ ਤੁਸੀਂ ਵੱਧ ਤੋਂ ਵੱਧ ਕਿਸੇ ਸਰਵਿਸ 'ਚ ਰਹਿੰਦੇ ਆ ਕੀ ਕਰ ਸਕਦੇ ਹੋ, ਲੇਕਿਨ ਇੱਕ ਕੌਮੀ ਪੱਧਰ ਦੇ ਉੱਤੇ ਹੋਏ ਗੁਨਾਹ ਆਪਣੀ ਸਜ਼ਾ ਆਪ ਤੈਅ ਕਰੋ। ਹਾਂ, ਆਪਣੀ ਸਜ਼ਾ ਆਪ ਤੈਅ ਕਰੋ। ਕੁਝ ਸਮੇਂ ਲਈ ਉਹਨਾਂ ਕੁਰਸੀਆਂ ਤੋਂ, ਉਹਨਾਂ ਅਹੁਦਿਆਂ ਤੋਂ ਥੱਲੇ ਉਤਰ ਕੇ ਦੇਖੋ ਕਿ ਵਾਕਿਆ ਹੀ ਤੁਸੀਂ ਗੁਨਾਹਗਾਰ ਹੋ ਜਾਂ ਨਹੀਂ ਹੋ। ਇਹ ਹੁਣ ਰੋਣ ਧੋਣ ਦਾ ਤਾਂ ਵੇਲਾ ਨਹੀਂ ਨਾ, ਹੁਣ ਕਿਸੇ ਤੇ ਦੋਸ਼ ਨਹੀਂ ਦੇ ਸਕਦੇ ਤੁਸੀਂ ਸਾਰੇ। ਇਹ ਦੇਖੋ, ਇਹ ਐਗਜ਼ੈਕਟਿਵ ਦਾ ਫੈਸਲਾ ਲੈ ਲਿਆ, ਲੋਕਾਂ ਨੇ ਕਿਹਾ ਵਾਹ 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 ਵਾਹ, ਪਾਰਟੀ ਨੇ ਕਹਿਤਾ, ਲੇਕਿਨ ਕੋਈ ਨਹੀਂ ਵੇਖਦਾ ਪਿਆ ਕਿ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਤੇ ਜਾਓਗੇ ਪਛਤਾਪ ਕਰਨ ਲਈ, ਫਿਰ ਤੁਸੀਂ ਆਪਣੇ ਉਹਦੇ ਨਾਲ ਲੈ ਕੇ ਜਾਓਗੇ। ਸਰਦਾਰ ਸਾਹਿਬ, ਇੱਕ ਹੋਰ ਵੱਡੀ ਗੱਲ ਆ ਕਿ ਜਿਹੜੇ ਅਧਿਕਾਰੀ ਤੇ ਕਰਮਚਾਰੀ ਜੀ ਜ਼ਿੰਮੇਵਾਰ ਪਾਏ ਗਏ, ਕੁਝ ਅਣਗਹਿਲੀ ਦੇ, ਕੁਝ ਸਿੱਧੇ ਗੁਨਾਹ ਕਰਨ ਦੇ। ਬਿਲਕੁਲ।
ਜਿਹੜੇ ਫਾਰਗ ਹੋ ਗਿਆ ਉਹਨਾਂ ਦਾ ਇਹਨਾਂ ਕੀ ਕਰਨਾ ਇਹਨਾਂ ਨੂੰ ਪਤਾ ਹੋਊ। ਜੀ ਕਾਨੂੰਨੀ ਨੁਕਤਾ ਨੰਗਾ ਵੀ ਹੈ, ਲੇਕਿਨ ਜਿਹੜੇ ਇਨ ਸਰਵਿਸ ਹੈ ਕੀ ਉਹ ਮੁੜ ਕੇ ਉਹਨਾਂ ਅਹੁਦਿਆਂ ਤੇ ਪਛਤਾਪ ਕਰਕੇ ਚਲੇ ਜਾਣਗੇ ਜਾਂ ਉਹਨਾਂ ਨੂੰ ਉਹਨਾਂ ਅਹੁਦਿਆਂ ਤੋਂ ਘਟਾ ਕੇ ਦੇਖਿਆ ਜਾਊਗਾ? ਬਿਲਕੁਲ। ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਜੁਰਮਾਨੇ ਕਰਨ ਦੀ ਪ੍ਰੋਵੀਜ਼ਨ ਬਣਾਈ ਜਾ ਰਹੀ ਹੈ? ਕਿਉਂਕਿ ਅੰਦਰੋਂ ਛਣ ਕੇ ਆ ਰਹੀਆਂ ਖਬਰਾਂ 'ਚ ਇਹ ਗੱਲਾਂ ਹੋ ਰਹੀਆਂ ਨੇ। ਮੈਨੂੰ ਇੰਜ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਨੇ ਆਪਣੇ ਅੰਦਰਲੇ ਘੇਰੇ 'ਚ ਫਿਕਰ ਜ਼ਾਹਰ ਕੀਤਾ ਹੈ, ਉਸ ਫਿਕਰ ਦੇ ਅਰਥ ਤਾਂ ਹੀ ਪੂਰੇ ਹੋਣਗੇ ਜੇਕਰ ਇਹਨਾਂ ਗੁਨਾਹਾਂ 'ਚ ਸ਼ਾਮਲ ਰਹੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕੌਮ ਦਾ ਜਿਹੜੀ ਭਰੋਸੇਯੋਗਤਾ ਦਾ ਮਸਲਾ ਸੀ ਉਹ ਤਾਂ ਹੁਣ ਰਿਹਾ ਨਹੀਂ, ਲੇਕਿਨ ਕੁਝ ਨਾ ਕੁਝ ਤਾਂ ਇੱਕ ਰਿਸ਼ਤਾ ਬਣਿਆ ਰਹਿ ਜੇ। 2010 ਦੇ ਵਿੱਚ ਪੰਜਾਬ ਗਵਰਨਮੈਂਟ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਪੰਜਾਬ ਸਨ ਜੀ, ਉਹਨੇ ਇੱਕ ਫੈਸਲਾ ਲਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਕਾਰ ਨੂੰ ਮੁੱਖ ਰੱਖਦਿਆਂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਦਾ ਇੱਕ ਅਧਿਕਾਰ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਜਾਂਦਾ ਹੈ। ਨਿੱਜੀ ਪ੍ਰਕਾਸ਼ਨ ਸਾਰੇ ਹੀ ਇਸ ਕੰਮ ਤੋਂ ਰੋਕ ਦਿੱਤੇ ਗਏ। ਜੀ ਕਾਰਨ ਕੀ ਸੀ ਕਿ ਸ਼ਿਕਾਇਤਾਂ ਆਉਂਦੀਆਂ ਸਨ ਵੀ ਇਹ ਜਿਹੜੇ ਪ੍ਰਕਾਸ਼ਕ ਨੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਵੇਲੇ ਸਤਕਾਰ ਨਹੀਂ ਰੱਖਦੇ, ਟਰਾਂਸਪੋਰਟੇਸ਼ਨ ਵਾਸਤੇ ਵੇਲੇ ਸਤਕਾਰ ਨਹੀਂ ਰੱਖਦੇ। ਜੀ ਹੁਣ ਜਦੋਂ ਆਪਣੇ ਅਦਾਰੇ ਦੇ ਵਿੱਚ ਸਾਰਾ ਕੁਝ ਸਾਰੇ ਦੋਸ਼ ਲੱਗੇ ਨੇ, ਜਿਹੜੀ ਕਮਿਸ਼ਨ ਦੀ ਰਿਪੋਰਟ ਆ ਈਸ਼ਰ ਸਿੰਘ ਦੀ ਰਿਪੋਰਟ 'ਚ ਹੋਇਆ, ਉਹਦੇ 'ਚ ਹੈ ਜਦੋਂ ਦੋਸ਼ ਤੁਹਾਡੇ ਤੇ ਨੇ ਔਰ ਹੁਣ ਜਿਹੜੀਆਂ ਸਿਆਸੀ ਧਿਰਾਂ ਨੇ ਜਾਂ ਜਿਹੜੀਆਂ ਧਾਰਮਿਕ ਧਿਰਾਂ ਨੇ ਉਹਨਾਂ ਨੇ ਇਹ ਮੰਗ ਉਠਾ ਦਿੱਤੀ ਹੈ ਕਿ ਸ਼੍ਰੋਮਣੀ ਕਮੇਟੀ ਕੋਲੋਂ ਪ੍ਰਕਾਸ਼ਨਾਂ ਦੇ ਅਧਿਕਾਰ ਖੋਹ ਲਏ ਜਾਣ, ਤਾਂ ਸੁਖਬੀਰ ਬਾਦਲ ਨੂੰ ਇੱਕ ਵਾਰ ਗੰਭੀਰਤਾ ਨਾਲ ਸੋਚਣਾ ਪਏਗਾ। ਨਹੀਂ, ਮੈਂ ਇਸ ਗੱਲ ਨਾਲ ਤਾਂ ਇਸ ਹੱਦ ਤੱਕ ਸਹਿਮਤ ਨਹੀਂ ਕਿ ਖੋਲੇ ਜਾਣ, ਲੇਕਿਨ ਇਹ ਹੋ ਸਕਦਾ ਕਿ ਇਹਦੇ ਲਈ ਇੱਕ ਮਹੀਨਾਵਾਰ ਜਿਹੜੇ ਸਭ ਤੋਂ ਉੱਪਰਲੇ ਗ੍ਰੰਥੀ ਸਾਹਿਬਾਨ ਨੇ, ਜਿਨ੍ਹਾਂ ਨੂੰ ਹੁਣ ਅਸੀਂ ਸਿੰਘ ਸਾਹਿਬਾਨ ਕਹਿੰਦੇ ਆ, ਉਹ ਗ੍ਰੰਥੀ ਬੇਸਿਕਲੀ ਨੇ ਗੁਰੂ ਸਾਹਿਬ ਦੇ ਸਰੂਪ ਦੇ ਸਭ ਤੋਂ ਵੱਡੀ ਜਗ੍ਹਾ ਤੇ ਉੱਥੇ ਬੈਠਦੇ ਆ। ਉਹਨਾਂ ਦੇ ਵਿੱਚੋਂ ਸ਼੍ਰੀ ਹਰਮੰਦਰ ਸਾਹਿਬ ਦੇ, ਦਰਬਾਰ ਸਾਹਿਬ ਦੇ ਵੀ ਹੋਣਗੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਹੋਣਗੇ। ਉਹ ਕੋਈ ਲੋਕਾਂ ਦੀ ਜ਼ਿੰਮੇਵਾਰੀ ਨਿਰਧਾਰਤ ਹੋਵੇ ਕਿ ਮਹੀਨੇ 'ਚ ਉਹ ਇੱਕ ਵਾਰੀ ਜ਼ਰੂਰ ਇਹਨਾਂ ਥਾਵਾਂ ਤੇ ਬੈਠਣ ਜਾ ਕੇ ਔਰ ਦੇਖਣ, ਉੱਥੇ ਆਪਣੀ ਨੋਟਿੰਗ ਵੀ ਦੇਣ। ਉਹ ਕੋਈ ਰਜਿਸਟਰ, ਮੂਵਮੈਂਟ ਰਜਿਸਟਰ ਲਾਏ ਜਾ ਸਕਦੇ ਆ। ਬਹੁਤ ਪੁਖਤਾ ਪ੍ਰਬੰਧ ਕਰਨ ਦੀ ਲੋੜ ਹੈ ਧਾਰਮਿਕ ਮਰਿਆਦਾ ਦੇ ਨਜ਼ਰੀਏ ਤੋਂ, ਤਾਂ ਕਿ ਉੱਠੇ ਸਵਾਲਾਂ ਨੂੰ ਅੱਗੇ ਦੁਬਾਰਾ ਨਾ ਉੱਠਣ, ਉਹਦੇ ਲਈ ਕੋਈ ਬੰਨ ਨੂੰ ਬੰਨੇ ਜਾ ਸਕੇ। ਲੇਕਿਨ ਇਹ ਸਾਰਾ ਕੁਝ ਜੋ ਕੁਝ ਵੀ ਤੁਸੀਂ ਜ਼ਿਕਰ ਕੀਤਾ, ਆਖਰ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹੀ ਹੋ ਸਕਦਾ ਹੈ ਜੀ। ਲੇਕਿਨ ਉਦੋਂ ਤੱਕ ਜਦੋਂ ਤੱਕ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਆਪਣੇ ਨਿਜਵਾਦ ਚੋਂ ਬਾਹਰ ਆਵੇ, ਤੇ ਜੇ ਫਿਰ ਉਹੀ ਅਧਿਕਾਰੀ ਜਿਹੜੇ ਪਿਛਲੇ 15 ਸਾਲਾਂ ਤੋਂ 16 ਸਾਲਾਂ ਤੋਂ ਆਪਣੀ ਚਮਦੀ ਚਲਾ ਰਹੇ ਨੇ ਜੀ, ਉਹੀ ਬੈਣੇ ਉੱਥੇ ਬੈਠੇ ਰਹਿਣੇ ਨੇ ਜੀ, ਜਿਨ੍ਹਾਂ ਦੇ ਦਸਖਤਾਂ ਥੱਲੇ ਅਣਗਿਣਤ ਫਾਈਲਾਂ ਜਿਹੜੀਆਂ ਜਮ੍ਹਾਂ ਪਈਆਂ ਨੇ। ਸਾਡੇ ਸਾਹਮਣੇ ਲਾਕਡਾਊਨ ਦੇ ਵਿੱਚ 4-5 ਕੇਸ ਆਏ ਨੇ ਵੀ ਫਲਾਨੀ ਜਗ੍ਹਾ ਜੀ ਸਬਜ਼ੀ 'ਚ ਘੁਟਾਲਾ ਹੋ ਗਿਆ, ਫਲਾਨੀ ਜਗ੍ਹਾ ਕਣਕ ਵੇਚ ਦਿੱਤੀ। ਆਖਰ ਸੁਖਬੀਰ ਸਿੰਘ ਬਾਦਲ ਪੁੱਛ ਹੀ ਲੈਣ ਕਿ ਭਾਈ ਤੁਹਾਡੀਆਂ ਇਹ ਜਾਂਚਾਂ ਕਿੱਧਰ ਜਾਂਦੀਆਂ ਨੇ, ਕੌਣ ਲੁਕਾਉਂਦਾ ਇਹਨਾਂ ਜਾਂਚਾਂ? ਉਹ ਤਾਂ ਹੈ ਜੀ, ਬਹੁਤ ਇਸ ਤਰ੍ਹਾਂ ਦੇ ਮਸਲੇ ਸੀ ਜਿਨ੍ਹਾਂ ਨੂੰ ਐਡਰੈਸ ਕੀਤਾ ਜਾਣਾ ਚਾਹੀਦਾ ਸੀ ਸਮੇਂ ਰਹਿੰਦਿਆਂ, ਪਰ ਸਾਡੇ ਕੋਲ ਸਮੇਂ ਦੀ ਸੀਮਾ ਹੈ। ਮਾਫੀ ਮੰਗਣ ਲੱਗੇ ਇਹ ਜ਼ਰੂਰ ਲਫ਼ਜ਼ ਕਹਿ ਦਿੰਦੇ ਆ ਕਿ ਜੇ ਕਿਸੇ ਦੇ ਹਿਰਦੇ ਦੇ ਅੰਦਰ ਸਾਡੇ ਕਿਸੇ ਲਫ਼ਜ਼ ਨੇ ਤਕਲੀਫ ਪੈਦਾ ਕੀਤੀ ਹੋਵੇ, ਅਸੀਂ ਲਫ਼ਜ਼ ਵਾਪਸ ਲੈਂਦੇ ਆ ਔਰ ਨਾਲ ਦੀ ਨਾਲ ਹੀ ਯਤਨ ਤਾਂ ਰਹਿੰਦਾ, ਲੇਕਿਨ ਕਈ ਵਾਰੀ ਜਜ਼ਬਾਤ ਇੰਨੇ ਉਛਲ ਪੈਂਦੇ ਆ। ਇਸ ਸਿਸਟਮ ਦੇ ਵਿੱਚ ਪਏ ਕੁਰਾਏ ਜਿੰਨੀਆਂ ਵੀ ਕੁਰੀਤੀਆਂ ਨੇ ਉਹਨਾਂ ਦੇ ਨਾਲ ਮਨ ਦੁਖ ਜਾਂਦਾ ਹੈ, ਤੇ ਉਦੋਂ ਕਿਸੇ ਵੇਲੇ ਬ੍ਰੇਨ ਦਾ ਜ਼ੁਬਾਨ ਨਾਲ ਉਹੋ ਜਿਹਾ ਸਮਾਤੋਲ ਨਹੀਂ ਰਹਿੰਦਾ। ਉਹਨਾਂ ਗਲਤੀਆਂ ਲਈ ਅਗਾਊਂ ਮਾਫੀ।